ਜਿਸ ਦੇ ਵਿੱਚ ਲਗਭਗ 1650 ਜਿਹੜੇ ਅਨਐਡਿਡ ਕਾਲਜਿਸ ਨੇ ਔਰ ਮੋਰ ਦੈਨ 1 ਮਿਲੀਅਨ ਸਟੂਡੈਂਟ ਪੜ੍ਹਦੇ ਨੇ। 3.5 ਲੱਖ ਤੋਂ ਵੱਧ ਸਾਡੇ ਪ੍ਰੋਫੈਸਰ ਜਾਂ ਟੀਚਰਸ ਨੇ। ਸਾਡੇ ਵੱਖ-ਵੱਖ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਾਡੇ ਨਾਲ ਨੇ। ਸਾਡੇ ਚੋਪੜਾ ਜੀ ਨਰਸਿੰਗ ਕਾਲਜ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਵਿਪਨ ਜੀ ਪੋਲੀਟੈਕਨਿਕ ਕਾਲਜਿਸ ਦੇ ਪ੍ਰੈਜ਼ੀਡੈਂਟ ਨੇ। ਪੂਰੇ ਚੋਪੜਾ ਜੀ ਲਾਅ ਕਾਲਜ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ। ਔਰ ਇਸ ਤਰ੍ਹਾਂ ਰਾਜੂ ਜੀ ਵੀ ਆ ਰਹੇ ਨੇ। ਸਾਰੇ ਜਿਹੜੇ ਵੱਖਰੇ ਵੱਖਰੇ ਕਾਲਜਿਸ ਆ ਉਹਨਾਂ ਦੇ ਪ੍ਰਧਾਨ ਸਾਡੇ ਡਾਇਰੈਕਟਰਸ ਆ, ਮੈਂਬਰਸ ਹਨ। ਔਰ ਦੋ ਚੀਜ਼ਾਂ ਦੱਸਾਂਗੇ। ਸੋ ਐਜ਼ ਏ ਚੇਅਰਮੈਨ ਆਫ ਦਿਸ ਐਸੋਸੀਏਸ਼ਨ ਕੁਝ ਚੀਜ਼ਾਂ ਸਮਾਜ ਦੇ ਔਰ ਪੰਜਾਬ ਦੇ ਲੋਕਾਂ ਦੇ ਨੌਲੇਜ ਲਿਆਉਣਾ ਚਾਹੁੰਦਾ। ਪਹਿਲੀ ਗੱਲ ਤੇ ਜਿਹੜੇ ਸਾਡੇ ਸ਼ਡਿਊਲ ਕਾਸਟ ਫੈਮਲੀਜ਼ ਦੇ ਬੱਚੇ ਪੜ੍ਹਦੇ ਸੀਗੇ, ਅੱਜ ਤੋਂ 3 ਸਾਲ ਪਹਿਲਾਂ 2.5 ਸਾਲ ਪਹਿਲਾਂ ਕਰੀਬਨ 3.5 ਲੱਖ ਬੱਚਾ ਪੜ੍ਹਦਾ ਸੀ। ਪਰ ਕਿਉਂਕਿ ਸਰਕਾਰ ਨੇ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਦਿੱਤੀ ਔਰ ਉਹਦੇ ਨਾਲ ਬੱਚਿਆਂ ਦੀ ਜਿਹੜੀ ਐਡਮਿਸ਼ਨ ਘਟੀ ਔਰ ਅੱਜ ਇਸ ਸਾਲ ਲਗਭਗ 1 ਲੱਖ ਰਹਿ ਗਿਆ। ਯਾਨੀ ਕਿ 2.5 ਲੱਖ ਗਰੀਬ ਬੱਚੇ ਜਿਹੜੇ ਪੜ੍ਹ ਸਕਦੇ ਸੀਗੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਆਪਰਚੁਨਿਟੀ ਨਹੀਂ ਮਿਲੀ ਔਰ ਉਹ ਨਹੀਂ ਪੜ੍ਹੇ। ਔਰ ਜਿਹੜੇ ਸਾਡੇ ਪੈਸੇ ਆਉਣ ਵਾਲੇ ਆ ਲਗਭਗ 1500 ਕਰੋੜ ਰੁਪਈਆ ਪਿਛਲੇ 3 ਸਾਲ ਦਾ ਉਹ ਨਹੀਂ ਦਿੱਤਾ ਗਿਆ। ਔਰ ਜਿਹੜੇ ਪੈਸੇ ਇਸ ਸਾਲ ਦੇ ਆਏ ਨੇ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪੈਸੇ ਭੇਜਤੇ 100 ਕਿੰਨੇ ਕਰੋੜ ਜਿਹੜਾ ਹੈ ਕਿੰਨਾ ਜੀ 323 ਕਰੋੜ ਚੋਂ 50% ਪੈਸੇ ਜਿਹੜੇ ਆ ਅਜੇ ਵੀ ਡਿਸਪਰਸ ਨਹੀਂ ਕੀਤੇ। ਪੈਸੇ ਆ ਚੁੱਕੇ ਨੇ ਤੇ ਲਗਭਗ 150 ਕਰੋੜ ਰੁਪਇਆ ਅਜੇ ਵੀ ਇਹਨਾਂ ਕੋਲ ਪਿਆ ਜਿਹੜਾ ਸਾਡਾ ਨਹੀਂ ਦੇ ਰਹੇ। ਔਰ ਅਸੀਂ ਮੰਗ ਰੱਖਦੇ ਹਾਂ ਐਸੋਸੀਏਸ਼ਨ ਵੱਲੋਂ ਕਿ ਇਹ ਪੈਸੇ ਇਮੀਡੀਏਟਲੀ ਦਿੱਤੇ ਜਾਣੇ ਚਾਹੀਦੇ ਆ। ਕਾਲਜਾਂ ਦੇ ਜਿਹੜੇ ਸਾਡੇ ਟੀਚਰਸ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਔਰ ਬੈਂਕਾਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ ਔਰ ਬੈਂਕ ਸਖਤ ਹੋ ਰਹੇ ਨੇ। ਕੋਵਿਡ ਦਾ ਸਮੇਂ ਹੈ, ਵਿਦਿਆਰਥੀਆਂ ਕੋਲ ਫੀਸਾਂ ਨਹੀਂ ਆ ਰਹੀਆਂ। ਸੋ ਇਹਨਾਂ ਕਾਲਜਾਂ ਨੂੰ ਅਗਰ ਜਿੰਦਾ ਰੱਖਣਾ ਜਿਹਦੇ 'ਚ ਲਗਭਗ 1 ਲੱਖ ਕਰੋੜ ਦੀ ਇਨਵੈਸਟਮੈਂਟ ਹੋਈ ਹੈ ਪੰਜਾਬੀਆਂ ਦੀ ਔਰ ਸਾਰੇ ਪੰਜਾਬੀਆਂ ਨੇ ਕਾਲਜ ਬਣਾਏ ਨੇ, ਉਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਉਹ ਪੈਸੇ ਜਿਹੜੇ ਆ ਰਿਲੀਜ਼ ਕੀਤੇ ਜਾਣ। ਦੂਜਾ ਇਸ਼ੂ ਜਿਹੜਾ ਭੱਖ ਦਾ ਇਸ਼ੂ ਹੈ, ਮੈਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਨਹੀਂ ਇੱਕ ਸੋਸ਼ਲ ਇਸ਼ੂ ਨੂੰ ਜਨਤਾ ਦੇ ਅੱਗੇ ਰੱਖਣਾ ਚਾਹੁੰਦਾ। ਤੁਸੀਂ ਸਭ ਜਾਣਦੇ ਜੇ ਕਿ ਆ ਪਿੱਛੇ ਜਿਹੜੀ ਚੱਲਦੀ ਪਈ ਆ ਪਿਛਲੇ 1 ਸਾਲ ਤੋਂ ਕੋਵਿਡ ਦੀ ਬਿਮਾਰੀ ਚੱਲ ਰਹੀ ਔਰ ਉਸ ਦੇ ਵਿੱਚ ਪੂਰੇ ਦੇਸ਼ 'ਚ ਕੀ ਸਾਰੀ ਦੁਨੀਆ 'ਚ ਹਾਹਾਕਾਰ ਮਚੀ। ਦਿੱਲੀ ਔਰ ਬੰਬਈ 'ਚ ਪਿਛਲੇ 2-3 ਮਹੀਨੇ ਜੋ ਤਾਂਡਵ ਰਚਿਆ ਇਸ ਬਿਮਾਰੀ ਨੇ ਉਹਦਾ ਇੱਕ ਫਸਟ ਹੈਂਡ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਮੇਰਾ ਲੜਕਾ ਦਿੱਲੀ ਰਹਿੰਦਾ ਅਭਿਨਵ, ਉਸਦਾ ਇੱਕ ਫਰੈਂਡ ਹੈ ਅਭਿਸ਼ੇਕ, ਉਸਦੀ ਮਦਰ ਨੂੰ ਹੋ ਗਿਆ ਕੋਵਿਡ ਔਰ ਉਸ ਪੂਰੇ ਦੋਨੋਂ ਜਾਣੇ ਲੱਗੇ ਰਹੇ ਸਾਰੀ ਰਾਤ ਇੱਕ ਹਸਪੀਟਲ ਤੋਂ ਦੂਸਰੇ ਹਸਪੀਟਲ ਤੀਸਰੇ ਹਸਪੀਟਲ, ਉਹਨਾਂ ਨੂੰ ਬੈੱਡ ਨਹੀਂ ਮਿਲ ਸਕਿਆ। ਸੰਪੰਨ ਫੈਮਿਲੀ ਹੈ, ਮਤਲਬ ਈਵਨ ਟੌਪ ਦੇ ਜਿਹੜੇ ਹਸਪੀਟਲਸ ਹੈ ਡਬਲ ਟ੍ਰਿਪਲ ਪੈਸੇ ਵੀ ਆਫਰ ਕੀਤੇ, ਉਸ ਔਰਤ ਨੂੰ ਬੈੱਡ ਨਹੀਂ ਮਿਲਿਆ ਲੰਮੇ ਪਾਉਣ ਨੂੰ। ਤਾਂ ਅਭੀ ਨੇ ਮੈਨੂੰ ਫੋਨ ਕੀਤਾ ਕਿ ਪਾਪਾ ਕਿਸ ਤਰ੍ਹਾਂ ਕਰਨਾ। ਮੈਂ ਕਿਹਾ ਬੇਟਾ ਮੈਂ ਅੰਮ੍ਰਿਤਸਰ ਕਰਨਾ ਗੱਲ, ਤੁਸੀਂ ਭੇਜੋ ਇੱਥੇ ਅੰਮ੍ਰਿਤਸਰ ਭੇਜੋ। ਤਾਂ ਸਾਰੀ ਰਾਤ ਉਸ ਲੇਡੀ ਨੂੰ ਲੈ ਕੇ ਐਂਬੂਲੈਂਸ ਜਦੋਂ ਅੰਮ੍ਰਿਤਸਰ ਆਈ ਤੇ ਸਵੇਰੇ ਅਸੀਂ ਉਹਦਾ ਇਲਾਜ ਇੱਥੇ ਕਰਾਉਣਾ ਸ਼ੁਰੂ ਕੀਤਾ। ਸਿਮਿਲਰ ਸਿਚੁਏਸ਼ਨ ਜਿਹੜੀ ਹੈ ਸਾਡੇ ਪੰਜਾਬ ਦੇ ਵਿੱਚ ਵੀ ਹੈ ਕਿ ਜੇ ਇੱਥੇ ਜਿਸ ਤਰ੍ਹਾਂ 8000 ਤੱਕ ਇੱਥੇ ਮਰੀਜ਼ ਟੱਚ ਕੀਤੇ ਸੀਗੇ, 10000 ਹੋ ਗਏ ਤੇ ਪੂਰੀ ਸਟੇਟ ਆਫ ਪੰਜਾਬ ਦੇ ਵਿੱਚ ਅੱਜ ਦੇ ਦਿਨ ਜੋ ਸੀਐਮ ਸਾਹਿਬ ਦੇ ਅਖਬਾਰਾਂ 'ਚ ਆਉਂਦਾ ਕਰੀਬਨ 10,000 ਦੇ ਕਰੀਬ ਬੈੱਡ ਨੇ ਸਾਰੀ ਸਟੇਟ ਆਫ ਪੰਜਾਬ ਔਰ ਮਰੀਜ਼ਾਂ ਦੀ ਹਾਲਾਤ ਤੁਹਾਡੇ ਸਾਹਮਣੇ ਹੈ। ਇਸ ਵੇਲੇ ਵੀ 55,000 ਤੋਂ ਵੱਧ ਮਰੀਜ਼ ਜਿਹੜੇ ਨੇ ਪੰਜਾਬ ਦੇ ਵਿੱਚ ਅਫੈਕਟਡ ਨੇ ਇਸ ਬਿਮਾਰੀ ਦੇ ਨਾਲ। ਔਰ ਜਦੋਂ ਡੈਥ ਰੇਟ ਜਿਹੜਾ ਵਾ ਸਾਡਾ ਇਨਕਰੀਜ਼ ਆ, ਪੂਰੇ ਇੰਡੀਆ ਸਭ ਤੋਂ ਵੱਧ ਡੈਥ ਰੇਟ ਪੰਜਾਬ 'ਚ ਲਗਭਗ 150 ਰਹਿੰਦਾ ਹੀ ਪਿਆ। ਸੋ ਇਹ ਸਿਚੁਏਸ਼ਨ 'ਚ ਜੇ ਮਹਾਮਾਰੀ ਫੈਲੀ ਔਰ ਜਿਸ ਤਰ੍ਹਾਂ ਕਹਿੰਦੇ ਕਿ ਤੀਸਰਾ ਫੇਜ਼ ਜਿਹੜਾ ਇਸ ਤੋਂ ਵੀ ਡੇਂਜਰਸ ਹੋਏਗਾ, ਇਹ ਸਾਡੇ ਗਵਰਨਮੈਂਟ ਵੱਲੋਂ ਸੀਐਮ ਸਾਹਿਬ ਵੱਲੋਂ ਵੀ ਆਇਆ ਕਿ ਤੀਸਰਾ ਫੇਜ਼ ਵੀ ਇਸ ਤੋਂ ਡੇਂਜਰਸ ਹੋਏਗਾ ਜਿਹਦੇ 'ਚ ਕੀ ਪਤਾ ਕਿੰਨੇ ਲੋਕਾਂ ਨੂੰ ਇਫੈਕਟ ਹੋਣਾ। ਸੋ ਅਸੀਂ ਸਾਰੇ ਵਰੀਡ ਹਾਂ, ਅਸੀਂ ਸਮਾਜਿਕ ਲੋਕ ਹਾਂ, ਅਸੀਂ ਵਰੀਡ ਹਾਂ ਕਿ ਕਿਸੇ ਵੇਲੇ ਐਸੀ ਸਿਚੁਏਸ਼ਨ ਵੀ ਆ ਸਕਦੀ ਹੈ ਕਿ ਸਾਡੇ 'ਚੋਂ ਕੋਈ ਬੰਦਾ ਬਿਮਾਰ ਹੋ ਜਾਏ
तो उन्होंने ऑक्सीजन मिलेगी कि नहीं मिलेगी, बैड मिलेगा कि नहीं मिलेगा इलाज होने। उस चीज़ ਨੂੰ ਨਜ਼ਰੇ ਰੱਖਦੇ ਹੋਏ ਆਪਾਂ ਐਸੋਸੀਏਸ਼ਨ 'ਚ ਗੱਲ ਕੀਤੀ ਸੀ ਮਈ ਦੇ ਸ਼ੁਰੂ 'ਚ। ਮੈਂ ਆਪਣੇ ਸਾਥੀਆਂ ਨੂੰ ਕਿਹਾ ਕਿ ਆਪਾਂ ਨੂੰ ਸਰਕਾਰ ਤੇ ਸਾਰੀ ਗੱਲ ਨਹੀਂ ਛੱਡਣੀ ਚਾਹੀਦੀ, ਆਪਾਂ ਖੁਦ ਅੱਗੇ ਵਧੀਏ ਤੇ ਆਪਣਾ ਕੋਈ ਜਿਹੜਾ ਇਨਫਰਾਸਟ੍ਰਕਚਰ ਹੈ ਖਾਸ ਤੌਰ ਤੇ ਨਰਸਿੰਗ ਕਾਲਜ ਦੇ ਵਿੱਚ ਸਾਡੇ ਕੋਲ ਸਟਾਫ ਵੀ ਹੈ, ਨਰਸਿੰਗ ਟੀਚਰਸ ਜਿਹੜੀਆਂ MSc ਕੀਤੀ ਉਹਨਾਂ ਨੇ, ਸਾਡੇ ਬੱਚੇ BSc ਫਾਈਨਲ ਦੇ ਫੁੱਲੀ ਟ੍ਰੇਨਡ ਹੁੰਦੇ ਨੇ। ਆਪਣੇ ਜਿਹੜੇ ਕਾਲਜਿਸ ਆ ਉਹਦੇ 'ਚ ਆਪਾਂ ਕੋਵਿਡ ਸੈਂਟਰ ਬਣਾਈਏ। ਮੈਂ ਥੈਂਕਫੁਲ ਹਾਂ ਮੇਰੇ ਕੁਲੀਗਸ ਦਾ, ਇਹਨਾਂ ਸਾਰਿਆਂ ਨੇ ਐਗਰੀ ਕੀਤਾ ਕਿ ਅਸੀਂ ਇੱਕ ਕਾਲਜ 'ਚ 50-50 ਦਾ 25-25 ਦਾ ਜਾਂ 100 ਬਿਸਤਰਿਆਂ ਦਾ ਅਸੀਂ ਇੰਤਜ਼ਾਮ ਕਰ ਦਈਏ ਔਰ ਸਰਕਾਰ ਨੂੰ ਆਫਰ ਕਰੋ। ਮੈਂ ਬੜਾ ਆਪਣੇ ਨੂੰ ਖੁਸ਼ ਮਹਿਸੂਸ ਕੀਤਾ ਕਿ ਸਾਡੇ ਪੰਜਾਬ ਦੇ ਕੋਨੇ-ਕੋਨੇ 'ਚ ਇਹ ਕਾਲਜ ਨੇ, ਇਹ ਲੋਕਾਂ ਦੀ ਸੇਵਾ ਲਈ ਅੱਗੇ ਆਏ। ਸੋ ਹੁਣ ਅਗਲੀ ਗੱਲ ਜਿਹੜੀ ਆ ਉਹ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ। ਆਈ ਐਮ ਨਾਟ ਗੋਇੰਗ ਟੂ ਕ੍ਰਿਟੀਸਾਈਜ਼ ਐਨੀਵਨ ਬਟ ਫੈਕਟ ਇਜ਼ ਅ ਫੈਕਟ। ਮੈਂ ਉਹ ਮੈਸੇਜ ਬਣਾ ਕੇ CM ਸਾਹਿਬ ਨੂੰ ਭੇਜਿਆ, ਡਾਇਰੈਕਟ ਵੀ ਭੇਜਿਆ ਡਿਫਰੈਂਟ ਚੈਨਲ 'ਚੋਂ, ਜਿਹੜੇ ਉਹਨਾਂ ਦੇ ਆਸ-ਪਾਸ ਸੀਨੀਅਰ ਆਫੀਸਰਸ ਨੇ ਜਾਂ ਉਹਨਾਂ ਦੇ ਕੁਲੀਗਸ ਆ, ਉਹਨਾਂ ਦੇ ਥਰੂ ਮੈਂ ਸਾਰਿਆਂ ਤੇ ਮੈਸੇਜ ਪਾਇਆ। ਇਫ ਯੂ ਪਰਮਿਟ ਮੀ ਮੈਂ ਕਾਪੀ ਤੁਹਾਨੂੰ ਦਿਆਂਗਾ, ਇਹਦੇ 'ਚ ਪੂਰੀ ਫੋਟੋ ਕਾਪੀ ਨਾਲ ਆਈ ਹੈ ਕਿ ਹਾਂਜੀ ਮੈਂ ਦਿਖਾ ਦਿੰਦਾ ਸਰ। ਮੈਂ ਪੜ੍ਹ ਕੇ ਇਹ ਦੇਖੋ ਨਾ, ਤੁਹਾਡੇ ਮੈਸੇਜ ਮੈਂ ਆਪਣੇ WhatsApp ਤੋਂ ਕੀਤੇ ਨੇ, CM ਸਾਹਿਬ ਨੂੰ ਕੀਤਾ, ਉਹਨਾਂ ਦੇ ਨਾਲ ਜਿਹੜੇ ਸੀਨੀਅਰ ਆਫੀਸਰਸ ਨੇ, ਚਾਹੇ ਸੁਰੇਸ਼ ਜੀ ਨੇ, ਚਾਹੇ ਵਿਨੀ ਮਹਾਜਨ ਜੀ ਨੇ, ਚਾਹੇ ਉਹਨਾਂ ਦੇ ਕੁਬੀਰ ਰਾਮ ਜੀ ਨੇ, ਜਾਂ ਮਤਲਬ ਜਿਸ ਤਰ੍ਹਾਂ ਜਿੰਨੇ ਵੀ ਆਸ-ਪਾਸ ਲੋਕ ਨੇ, ਸਭ ਨੂੰ ਕੀਤਾ ਕਿ CM ਸਾਹਿਬ ਦੀ ਨਜ਼ਰ 'ਚ ਲਿਆਓ। ਐਂਡ ਫॉर ਦੀ ਨੌਲੇਜ ਆਫ ਦੀ ਪੀਪਲ ਆਫ ਪੰਜਾਬ, ਮੈਂ ਪੜ੍ਹਨਾ ਜ਼ਰੂਰ ਚਾਹੁੰਦਾ ਕਿ ਲਿਖਿਆ ਕੀ ਐਸੋਸੀਏਸ਼ਨ ਵੱਲੋਂ ਅਸੀਂ हमने सर मैं लिखा रिस्पेक्टेड CM साहब, कोरोना वायरस हैव शेकन Delhi and Maharashtra and Punjab is also on way for unprecedented health crisis. Most of the deaths of corona patient is due to non-availability of oxygen and there is a acute shortage of oxygen in the country. Right, sir? Medical oxygen concentrator is the answer for this medical problem. And medicine, this machine costs between 40,000 to 50,000 rupees. Thousands of such machines will be required to provide oxygen to COVID patients at any time. We all know there is a shortage of funds in Punjab and additional resources are required to purchase such emergency equipment in this war-like situation. Our Confederation of Schools and Colleges of Punjab want to put forward a proposal before you that you may give us 10 minutes video conference where our members institutions voluntarily donate thousands of medical oxygen concentrators to Government of Punjab and set up COVID centers in our colleges. We are always with stand by you, waiting to receive your response. Thanking you yours sincerely, Ashwini Sekhri, Chairman Confederation. So मैं basically CM ਸਾਹਿਬ ਨੂੰ ਕਿਹਾ ਕਿ ਅਸੀਂ ਸਾਡੀ ਐਸੋਸੀਏਸ਼ਨ ਜਿਹੜੀ ਹੈ ਸੈਂਟਰ ਖੋਲ੍ਹੇਗੀ ਔਰ ਅਸੀਂ ਆਪਣੇ ਪੈਸਿਆਂ ਨਾਲ ਥਾਊਜ਼ੈਂਡਸ ਆਫ ਆਕਸੀਜਨ ਕੰਸਨਟਰੇਟਰ ਲਿਆਵਾਂਗੇ, ਤੁਸੀਂ ਇਸ ਫੈਸਿਲਿਟੀ ਨੂੰ ਜਨਤਾ ਲਈ ਯੂਜ਼ ਕਰੋ। ਆ ਕਿੰਨੀ ਦੇਰ ਹੋ ਗਈ ਹੈ ਭਾਜੀ, ਤੇ ਮੇਰਾ ਜਿਹੜਾ ਗਿਆ 8 ਮਈ ਦਾ, 6 ਮਈ ਦਾ, 7 ਮਈ ਦਾ ਗਿਆ ਦਾ, ਮੈਨੂੰ ਕੋਈ ਰਿਸਪਾਂਸ ਨਹੀਂ ਮਿਲਿਆ, ਨਾ ਸਾਡੇ ਸਾਥੀਆਂ ਨੂੰ ਮਿਲਿਆ, ਕਿਸੇ ਨੂੰ ਕੋਈ ਰਿਸਪਾਂਸ ਨਹੀਂ। ਮੇਰਾ ਬਟਾਲਾ ਸ਼ਹਿਰ, ਮੈਂ ਤੁਹਾਨੂੰ ਕੇਸ ਸਟੱਡੀ ਕਰਕੇ ਆਇਆ, ਬਟਾਲਾ ਜਿਹੜਾ ਸਬ ਡਿਵੀਜ਼ਨ ਹੈ ਉਹਦੇ 'ਚ 5 ਕੌਂਸਟੀਚੁਐਂਸੀਆਂ ਪੈਂਦੀਆਂ ਆਸ-ਪਾਸ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਸ਼੍ਰੀ ਹਰਗੋਬਿੰਦਪੁਰ, ਕਾਦੀਆਂ ਤੇ ਬਟਾਲਾ। 5 ਕੌਂਸਟੀਚੁਐਂਸੀ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਅਪਰੋਕਸੀਮੇਟਲੀ 20 lakhs ਪਾਪੂਲੇਸ਼ਨ। ਐਂਡ ਯੂ ਵਿਲ ਬੀ ਸਰਪ੍ਰਾਈਜ਼ ਇਨ ਸਿਟੀ ਆਫ ਬਟਾਲਾ ਸਿਰਫ 50 ਬੈੱਡ ਨੇ ਅਵੇਲੇਬਲ, 50 ਬੈੱਡਸ ਗਵਰਨਮੈਂਟ ਹਸਪੀਟਲ 'ਚ, 30 ਬੈੱਡ ਪ੍ਰਾਈਵੇਟ ਹਸਪੀਟਲਸ ਨੇ ਬਣਾ ਕੇ ਰੱਖੇ ਨੇ, ਯਾਨੀ ਕਿ 80 ਬੈੱਡ 20 ਲੱਖ ਪਾਪੂਲੇਸ਼ਨ ਲਈ ਅਵੇਲੇਬਲ ਨੇ। ਔਰ ਉੱਥੇ ਇੱਕ ਵੀ ਕੰਸਨਟਰੇਟਰ ਨਹੀਂ ਹੈ, ਆਕਸੀਜਨ ਕੰਸਨਟਰੇਟਰ ਔਰ ਵੈਂਟੀਲੇਟਰ ਵੀ ਨਹੀਂ ਹੈ। ਪੂਰੇ ਜ਼ਿਲ੍ਹੇ ਗੁਰਦਾਸਪੁਰ 'ਚ 2 ਜਾਂ 3 ਵੈਂਟੀਲੇਟਰ ਹੋਣਗੇ। ਸੋ ਇਸ ਸਿਚੁਏਸ਼ਨ 'ਚ ਅਗਰ ਅਸੀਂ ਲੋਕ ਸਪੋਰਟ ਕਰਨ ਨੂੰ ਤਿਆਰ ਹੈ ਗਵਰਨਮੈਂਟ ਦੀ, ਔਰ ਗਵਰਨਮੈਂਟ ਕਿਉਂ ਨਹੀਂ ਲੈ ਰਹੀ ਹੈ, ਸਾਡੀ ਸਮਝ ਤੋਂ ਬਾਹਰ ਹੈ। ਜਿਹੜਾ ਰੁਪਈਆ ਕੇਂਦਰ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਖਰਬਾਂ ਰੁਪਇਆ ਲੱਗਿਆ ਜਾ ਰਿਹਾ ਕੋਵਿਡ ਦੇ ਵਿੱਚ, ਉਹ ਕਿੱਥੇ ਜਾ ਰਿਹਾ ਮੈਨੂੰ ਨਹੀਂ ਪਤਾ।
एक छोटा जिहा एक्सपीरियंस मैं होर शेयर करना चाहना है। मैं कोविड के 2 इंजैक्शन लगवाए। पहला इंजैक्शन तो मैं 40 च लगवाया अपने साथ, दूसरा इलेक्शन जोड़ा इंजैक्शन सीगा बिकॉज 40 च बंद हो गया तो मैं सरकारी सेंटर से चला गया, रजीत एवेन्यू गवर्नमेंट का सेंटर है। फिर लाइन च लगे, उन्होंने मेरे वाइफ के दोनों ने इंजैक्शन लाता तो बाकी 100 बंदा बाहर खड़ा सी, 25-30 उस कमरे च खड़े सी। तो मैं कहा डॉक्टर साहब थैंक यू, कहते सेक्रेटरी साहब एक मेरा काम कर दो, मेरे को 10-15 इंजैक्शन डोज के है पर मेरे को सिरिंजा नहीं है, मतलब इंजैक्शन लगाने की जी सिरिंज वो है नहीं हॉस्पिटल सरकारी। दैन आई वेंट माई सेल्फ, बॉट अबाउट 500 के करीब मैं सिरिंज खरीदियां तो उन्होंने दे के आया डॉक्टर को कि भी एक सेंटर च जिथे लगता पाया वा उत्थे समान नहीं, तो जिहड़ा करोड़ां रुपया साडे टैक्स पेयर की मनी आ वो कित्थे जा रही है। सरकार को मैं मंग रखदा कि इहते वाइट पेपर देवे कि यह रुपया किदां खर्च हो रहा, कित्थे जा रहा, जे लोगों को थल्ले रूट्स के उत्ते, क्योंकि इत्थों के लोग तो चंडीगढ़ दफ्तर चों नहीं निकलते। मंत्री और मुख मंत्री साहब मैं अपील करांगे, आओ निकलो कोविड सेंटर जाइए, देखिए की हो रहा जनता के नाल। क्या सही है कि आप ताकत लोगों को लैके इत्थे बैठे हुए। मैं कोई मिनिस्टर नहीं देखा कि वो साडे बटाले च जां आस पास साडे माझे किते नहीं, किसी सेंटर से मैं नहीं देखा, ਜਾਂ पंजाब किते देखिया हो तुसीं दस दो। लोग तड़फ रहे हैं, लोग मर रहे हैं, सिर्फ नंबर सामने आ जाता प्रैस के थ्रू। इमैजिन करो साडे हिंदू संस्कृति च जे कोई बंदा मरन लगता ना तो गंगा जल पाते हैं कि जान लगे जिहड़ा गला है। अज बंदा बीमार हो गया, कोई भी किसी की फैमिली का भी बीमार हो जाए, 2 साल हैं जो कि ऑक्सीजन तो दे रही है, होना तो जो ईश्वर की मर्जी नाल वो भी अवेलेबल नहीं है। सो इट इज़ अ सीरीयस प्रॉब्लम और असी सारे कंसर्नड है, असी सब लोग एजुकेटेड क्लास है साडे, असी लोग कंसर्नड है कि साडे परिवार, साडे विद्यार्थियों के परिवार, साडे लोगों की जिंदगी किस तरह बच सकती है स्टेट च। मुख्यमंत्री साहब को मैं विनती करांगा कि तुसी निकलो, आओ जगह, जे तुसी निकलोगे तो तुहाडी टीम आटोमैटिक मगर निकल आनी। जे तुसी घर बैठे रहोगे तो किसी ने सेंटर च नहीं जाना, लोगों का ध्यान नहीं होना। सो मैं ये सच्चाइयां तुहाडे सामने 2 रखियां, ये हार्ड फैक्ट है और मैं दुखी होकर रखियां। कांग्रेस का मैं सीनियर वर्कर हाँ, AICC का सैकटरी रहा, कई बार MLA रहा, मिनिस्टर रहा, कांग्रेस पार्टी का कार्यकर्ता, मैंने पूरी हमदर्दी है पार्टी नाल। इसलिए मैं बोल रहा कि हालात थले ठीक नहीं है, शराब ना बंदे मर रहे हैं, मतलब ये सब चीज़ों के बाद मैं अज तो सिर्फ कोविड की गल करांगा कि ये एक दानव जड़ा छा रहा है, इस तो बचने के लिए गवर्नमेंट नूं गेयर अप होना चाहिए और उहदे लई काम करना चाहिए और ज़्यादा काम करना चाहिए। साडे कॉलेजेस अवेलेबल ने, कोई इंफ्रास्ट्रक्चर से पैसा नहीं लगना। देखो दिल्ली होया, उत्थे उन्होंने राधा स्वामी सत्संग हाल च उत्थे 10,000 बैड लगाता, उत्थे लड़ाई लड़ी गई। इत्थे भी पैसा मिलना, जो 10,000 सरकारी है तो 10,000 बैड का इंतजाम प्राइवेट इंस्टीट्यूशन जो गुरुद्वारियां च मंदिर च जगह जगह पर रखना चाहिए स्टैंड बाई। हो सकता थर्ड वेव जी है इस तो ज़्यादा डेंजरस हो लोगों को लोड़ पै जाए। साढ़े एक पिंड वा, मैं पिंड का नाम नहीं लेना फिर इस तरह बदनामी हो जाती है। उत्थे एक महल्ले च किसी को कोविड हो गया, सारे महल्ले में 2 दिन हो गया, वो सारे पिंड को हफ्ते हो गया, बंदे घर च बैठे ने, इलाज नहीं हो रहा। ਕੀ ਲੱਗਦਾ ਹੈ ਕੈਪਟਨ ਅਮਰਿੰਦਰ ਸਿੰਘ ਦਾ ਇਸ ਵੱਲ ਧਿਆਨ ਕਿਉਂ ਨਹੀਂ ਹੈਗਾ ਕਿ ਜੋ ਆਪਸ ਦੇ ਵਿੱਚ ਅੰਦਰ ਕਲੇਸ਼ ਮਚਿਆ ਹੋਇਆ ਉਧਰ ਜ਼ਿਆਦਾ ਧਿਆਨ ਦੇ ਰਹੇ ਹੈਗੇ ਨੇ, ਜਾਂ ਫਿਰ ਇਸ ਮੁੱਦੇ ਦੇ ਉੱਤੇ ਉਹ ਧਿਆਨ ਦੇਣਾ ਨਹੀਂ ਚਾਹੁੰਦੇ ਹੋ? ਜਿਹੜੇ ਇਹਨਾਂ ਦੀ ਆਪਸ 'ਚ ਲੜਾਈ ਹੈ, ਐਜ਼ ਏ ਕਾਂਗਰਸਮੈਨ ਮੈਨੂੰ 37 ਸਾਲ ਪਾਰਟੀ ਦਾ ਮੈਂ ਕੰਮ ਕੀਤਾ ਸੀਨੀਅਰ ਕਾਂਗਰਸ। ਜੇ ਮੈਂ ਵਿਦਿਆਰਥੀ ਜੀਵਨ ਜਦ ਮੈਂ ਪ੍ਰੈਜ਼ੀਡੈਂਟ ਸੀ ਪੰਜਾਬ ਯੂਨੀਵਰਸਿਟੀ ਦਾ, ਉਦੋਂ ਦਾ ਟਾਈਮ ਪਾ ਲਾ ਤਾਂ ਮੈਨੂੰ 42 ਸਾਲ ਹੋ ਗਏ। ਮੈਂ ਸਮਝਦਾ ਕਿ ਇਸ ਵੇਲੇ हर लीडर ਨੂੰ, ਚਾਹੇ ਉਹ ਕਾਂਗਰਸ ਪਾਰਟੀ ਦਾ ਹੈ, ਚਾਹੇ ਅਕਾਲੀ ਦਲ ਦਾ ਹੈ, BJP ਦਾ, ਆਪ ਦਾ, ਜਿਨ੍ਹੇ ਜਨਤਾ ਦਾ ਵਿਸ਼ਵਾਸ ਜਾਂ ਵੋਟ ਲਿੱਤੀ, ਉਹਨੂੰ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ, ਸਾਰੀ ਪੋਲੀਟੀਕਲ ਗੱਲਾਂ ਛੱਡ ਦੇਣੀਆਂ ਚਾਹੀਦੀਆਂ। ਸਿਰਫ ਕੋਵਿਡ ਦੀ ਜਿਹੜੀ ਜੰਗ ਆ ਇਕੱਠੇ ਹੋ ਕੇ ਲੜਨੀ ਚਾਹੀਦੀ ਆ। ਆਲ ਪਾਰਟੀ ਮੀਟਿੰਗ CM ਨੂੰ ਸੱਦਣੀ ਚਾਹੀਦੀ ਆ, ਆਪਣੇ ਬੰਦਿਆਂ ਨੂੰ ਛੱਡੋ, ਆਲ ਪਾਰਟੀ ਮੀਟਿੰਗ ਸੱਦਣ, ਸਭ ਨੂੰ ਨਾਲ ਲੈਣ, ਸਾਰੇ ਇਕੱਠੇ ਹੋ ਕੇ ਇਹ ਜੰਗ ਦੇ ਲਈ ਲੜਨ। ਕੱਲਾ ਸਾਡਾ ਹੈਲਥ ਮਿਨਿਸਟਰ वो लगा था जरूर है, वो कला नहीं लड़ सकता। सेक्रेटरी साहब, जिस तरह का माहौल इस टाइम चल रहा है, कांग्रेस पार्टी तो कुर्सी की लड़ाई लड़ रही है, लोगों की लड़ाई का लड़ ही नहीं रही है। कुर्सी हरेक नूं कुर्सी प्यारी हुई है,
ਕੁਰਸੀ ਨੂੰ ਛੱਡਣਾ ਨਹੀਂ ਚਾਹੁੰਦਾ, ਲੋਕ ਮਰਦੇ ਨੇ ਸ਼ਹਿਰਾਂ ਦੇ ਵਿੱਚ। ਸ਼ਹਿਰੀ ਜਿਹੜਾ ਵਰਗ ਹੈਗਾ, ਤੁਸੀਂ ਵੀ ਸ਼ਹਿਰੀ ਵਰਗ ਦੀ ਪ੍ਰਤੀਨਿਧਤਾ ਕਰਦੇ ਹੋ, ਤੇ ਸ਼ਹਿਰੀ ਵਰਗ ਲੱਗ ਨਹੀਂ ਰਿਹਾ ਕਿ ਸਰਕਾਰ 'ਚ ਠੱਗਿਆ ਹੋਇਆ ਮਹਿਸੂਸ ਕਰ ਰਿਹਾ। ਦੇਖੋ ਜਿਹੜੇ ਸ਼ਹਿਰ ਦੇ ਜਿਹੜੇ ਸਮਝੋ ਸ਼ਹਿਰੀ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਜਾਂ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਆ, ਉਹਨਾਂ ਤੋਂ ਤੇ ਸਮਝ ਲਓ ਕਿ ਅੱਖਾਂ ਅੱਗ ਜਿਹੜਾ ਜਿਸ ਤਰ੍ਹਾਂ ਠੱਗਿਆ ਜਾਂਦਾ ਨਾ ਬੰਦਾ, ਉਹ ਮਹਿਸੂਸ ਕਰ ਰਿਹਾ। ਔਰ ਖਾਸ ਤੌਰ ਤੇ ਹਿੰਦੂ ਕਮਿਊਨਿਟੀ ਜਿਹੜੀ ਹੈ, ਜਿਹੜੀ ਬਿਜ਼ਨਸਮੈਨ ਹੈ, ਉਹ ਸਿਰਫ ਵੋਟ ਪਾਉਂਦੇ ਨੇ, ਬਾਕੀ ਆਪਣਾ ਕੰਮ ਕਰਦੇ ਨੇ। ਉਹਦੇ ਸਮਝਦੇ ਸਾਡਾ ਕੋਈ ਵਾਲੀ ਵਾਰਸੀ ਹੈ ਨਹੀਂ ਹੁਣ ਪੰਜਾਬ 'ਚ, ਕੋਈ ਨਹੀਂ ਪੁੱਛਦਾ। ਫੜ ਕੇ ਇਸ ਕਮਿਊਨਿਟੀ ਦੀ ਲੀਡਰਸ਼ਿਪ ਨੂੰ ਖਤਮ ਕੀਤਾ ਜਾ ਰਿਹਾ। ਔਰ ਜਿਹੜੇ ਇੱਥੋਂ ਦੇ ਸਮਝ ਲਓ ਕਿ ਕੌਂਸਟੀਚੁਐਂਸੀਆਂ ਉਹਨਾਂ ਨੂੰ ਹਥਿਆਇਆ ਜਾ ਰਿਹਾ, ਉਹ ਗੱਲ ਚਲੋ ਪੋਲਿਟਿਕਸ ਦੀ ਆ, ਬਾਅਦ 'ਚ ਕਰਾਂਗੇ। ਮੈਂ ਤੇ ਸਿਰਫ ਇੱਕ ਗੱਲ ਕਰਨਾ ਕਿ ਅੱਜ ਹਰ ਚੀਜ਼ ਤੋਂ ਪਰੇ ਰੱਖ ਕੇ, ਹਰ ਸਿਆਸੀ ਇਸ਼ੂ ਨੂੰ ਪਰੇ ਰੱਖ ਕੇ ਇੱਕੋ ਇਸ਼ੂ ਹੋਣਾ ਚਾਹੀਦਾ ਕਿ ਕੋਵਿਡ ਨਾਲ ਕਿੱਦਾਂ ਲੜਾਈ ਲੜਨੀ ਹੈ। ਔਰ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰੋ। ਕੋਈ ਇਹਨਾਂ ਨੇ ਕੋਵਿਡ ਦੇ ਇਸ਼ੂ ਦੇ ਉੱਤੇ ਆਲ ਪਾਰਟੀ ਮੀਟਿੰਗ ਨਹੀਂ ਕੀਤੀ, ਉਹ ਹੋਣੀ ਚਾਹੀਦੀ ਆ। ਕੋਵਿਡ ਦੇ ਜਿਹੜੇ ਫੰਡ ਆ ਉਹਨਾਂ ਦਾ ਵਾਈਟ ਪੇਪਰ ਹੋਣਾ ਚਾਹੀਦਾ। ਕੋਵਿਡ ਦੇ ਉੱਤੇ ਚਾਹੇ ਵਿਧਾਨ ਸਭਾ ਦਾ ਸੈਸ਼ਨ ਸੱਦਣ, ਸਾਰੇ ਬੰਦਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਲੜਨ। ਔਰ ਜਿਹੜੇ ਸਾਡੇ ਸਮਾਜਿਕ ਸੰਸਥਾਵਾਂ, ਇਸ ਤਰ੍ਹਾਂ ਹੀ ਕਾਲਜਾਂ ਵਾਲੇ ਕਹਿ ਰਹੇ ਆ ਸਾਡੀਆਂ ਫੈਸਿਲਿਟੀਜ਼ ਵਰਤੋਂ, ਅਸੀਂ 10,000 ਬੈੱਡ ਉੱਥੇ ਲਵਾ ਸਕਦੇ ਹਾਂ, ਪਰ ਚਲਾਉਣਾ ਤਾਂ ਤੁਹਾਡਾ ਕੰਮ ਹੈ ਨਾ ਜੀ। ਸਾਡੇ ਕੋਲ ਐਕਸਪਰਟਾਈਜ਼ ਨਹੀਂ ਹੈ, ਸਾਡੇ ਕੋਲ ਡਾਕਟਰਸ ਨਹੀਂ ਹੈ, ਸਾਡਾ ਸਟਾਫ ਕੋਆਪਰੇਟ ਕਰ ਸਕਦਾ, ਅਸੀਂ ਆਪ ਜਾ ਕੇ ਉੱਥੇ ਕੋਆਪਰੇਟ ਕਰ ਸਕਦੇ ਹਾਂ। ਪਰ ਇਹ ਸਰਕਾਰ ਦਾ ਕੰਮ ਹੈ ਕਿ ਆਰਗੇਨਾਈਜ਼ ਕਰੇ। ਆ ਜੋ ਬਿਹੇਵੀਅਰ ਸਾਡੇ ਨਾਲ ਹੋਇਆ, ਅਸੀਂ ਬੜਾ ਇਹਨੂੰ ਮਹਿਸੂਸ ਕਰ ਰਹੇ ਹਾਂ। ਦੱਸੋ, ਤੁਸੀਂ ਸਾਬਕਾ ਮੰਤਰੀ ਹੋ ਪੰਜਾਬ ਦੇ ਤੇ 4 ਵਾਰ ਵਿਧਾਇਕ ਰਹੇ ਹੋ ਨਾ, ਤੁਸੀਂ ਤਾਂ ਕੈਪਟਨ ਸਾਹਿਬ ਸੀਨੀਅਰ ਆਪ ਹੋ ਗਏ, ਤੁਸੀਂ ਕੁੰਡਾ ਖੜਕਾਉਂਦੇ ਤਾਂ ਵੀ ਅੰਦਰ ਜਾ ਕੇ ਗੱਲ ਆ ਸਕਦੇ ਸੀ। ਮੀਡੀਆ ਕੀ ਆਉਣ ਦੀ ਕੀ ਮਜਬੂਰੀ? ਮੈਂ ਕਹਿੰਦਾ ਮੈਨੂੰ ਤਾਂ ਮਿਲਦੇ ਹੀ ਨਹੀਂ ਪਏ, ਮੇਰਾ ਮੈਸੇਜ ਨਹੀਂ ਦੇਖਿਆ। ਤੁਸੀਂ ਗੱਲ ਕਰ ਰਹੇ ਹੋ, ਮੈਨੂੰ ਤਾਂ 2 ਸਾਲ ਹੋ ਗਏ, ਮੈਨੂੰ ਟਾਈਮ ਨਹੀਂ ਮਿਲਦਾ। ਲੱਗ ਨਹੀਂ ਰਿਹਾ ਕਿ ਕਾਂਗਰਸ ਇਸ ਟਾਈਮ ਜਿਸ ਤਰ੍ਹਾਂ ਤੁਸੀਂ ਟਿਕਟ ਦਾ ਵੀ ਇਸ਼ੂ ਰੇਜ਼ ਕਰਦੇ ਰਹੇ, ਤੇ ਕਾਰਪੋਰੇਸ਼ਨ ਦੇ ਵਿੱਚ ਵੀ ਤੁਹਾਨੂੰ ਟਿਕਟਾਂ ਨਹੀਂ ਮਿਲੀਆਂ ਹੈਗੀਆਂ, ਲਗਾਤਾਰ ਤੁਸੀਂ ਵਿਰੋਧ ਵੀ ਕਰ ਰਹੇ, ਤੇ ਕਿਤੇ ਨਾ ਕਿਤੇ ਇਹ ਨਹੀਂ ਲੱਗ ਰਿਹਾ ਵੀ ਐਜ਼ ਏ ਸੀਨੀਅਰ ਤੁਸੀਂ ਸੈਕਟਰੀ ਵੀ ਰਹੇ ਹੋ, ਤੁਹਾਡੀ ਸੁਣਵਾਈ ਕਿਤੇ ਨਹੀਂ ਹੈਗੀ। ਬੇਸ਼ੱਕ ਤੁਸੀਂ ਕਿਹਾ ਵੀ ਮੈਂ ਮੈਸੇਜ ਵੀ ਭੇਜਦੇ ਨੇ, ਲੇਕਿਨ ਮੈਸੇਜਾਂ ਦਾ ਵੀ ਕੋਈ ਜਵਾਬ ਨਹੀਂ ਆਇਆ ਹੈਗਾ। ਤੇ ਪਾਰਟੀ ਕਿੱਥੇ ਖੜੀ ਹੈਗੀ ਹੈ ਜੇ ਇੱਕ ਆਪਣੇ ਲੀਡਰ ਦੀ ਜਾਂ ਵਰਕਰ ਦੀ ਸੁਣਵਾਈ ਨਹੀਂ ਕਰ ਰਹੀ। ਦੂਸਰਾ, ਆਰਗੇਨਾਈਜੇਸ਼ਨ ਦੇ ਵਿੱਚ ਹੁਣ ਤੱਕ ਚਾਹੇ ਉਹ ਜ਼ਿਲ੍ਹਾ ਲੈਵਲ ਸੀਗਾ, ਚਾਹੇ ਬਲਾਕ ਪੱਧਰ ਤੇ, ਆਰਗੇਨਾਈਜੇਸ਼ਨ ਹੀ ਨਹੀਂ ਕਾਂਗਰਸ ਦੀ ਹੈਗੀ। ਦੇਖੋ, ਮੈਂ ਕਹਿੰਦਾ ਹਾਂ ਕਿ ਕਾਂਗਰਸ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਇਹਦੀ ਇੰਟਰੋਸਪੈਕਸ਼ਨ ਜਾਂ ਇਹਦੇ ਤੇ ਡਿਸਕਸ਼ਨ ਦੇ ਲਈ ਪ੍ਰਦੇਸ਼ ਕਾਂਗਰਸ ਦੀ ਮੀਟਿੰਗ ਹੋਣੀ ਚਾਹੀਦੀ ਹੈ, ਜਿਹੜੀ ਕਦੀ ਨਹੀਂ ਹੋਈ, ਹੋਣੀ ਚਾਹੀਦੀ ਹੈ। ਆਪਾਂ ਇਹ ਇਸ਼ੂਜ਼ ਅਲੱਗ ਨੇ। ਮੇਰਾ ਇਸ਼ੂ ਅੱਜ ਦੇ ਦਿਨ ਇੱਕੋ ਹੀ ਹੈ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਕੋਵਿਡ ਦੀ ਜੰਗ ਜਿੱਤਣ ਦੇ ਲਈ, ਕੋਵਿਡ ਦੇ ਨਾਲ ਫੇਸ ਕਰਨ ਦੇ ਲਈ, ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ, ਅਜੇ ਸਾਡੇ ਟੀਕਾਕਰਨ ਜਿਹੜਾ ਉਹ ਬਹੁਤ ਘੱਟ ਹੋਇਆ। ਅਜੇ ਨੌਜਵਾਨਾਂ ਦਾ, ਇਹ ਬੱਚਿਆਂ ਦਾ ਟੀਕਾਕਰਨ ਹੋਣਾ 45 ਸਾਲ ਤੋਂ ਬਾਅਦ ਲੋਕਾਂ ਦਾ, ਸਾਡੇ ਲੋਕਾਂ ਦਾ ਚਲੋ 2 ਲੱਗੇ, ਬਾਕੀ ਲੋਕਾਂ ਦੇ ਅਜੇ ਲੱਗੇ ਨਹੀਂ। ਔਰ ਇਹ ਥਰਡ ਵੇਵ ਕੈਸੀ ਹੋਣੀ ਆ ਸਤੰਬਰ 'ਚ, ਅਕਤੂਬਰ 'ਚ, ਪਤਾ ਨਹੀਂ ਕਿਸੇ ਨੂੰ। ਆਪਾਂ ਨੂੰ ਤਿਆਰ ਹੋਣਾ ਚਾਹੀਦਾ। ਆਪਣੀ ਪਾਰਟੀ ਨੂੰ, ਜੇ ਮੁੱਖ ਮੰਤਰੀ ਸਾਹਿਬ ਚਾਹਣਗੇ ਤੇ ਆਲ ਪਾਰਟੀ ਮੀਟਿੰਗ ਵੀ ਹੋ ਜਾਏਗੀ ਔਰ ਸਾਰੇ ਲੋਕ ਇਸ ਬੰਨੇ ਲੱਗ ਜਾਣਗੇ। ਜਿਹੜੇ ਇਸ਼ੂ ਤੁਸੀਂ ਦੱਸਦੇ ਪਏ ਹੋ, ਬੜਾ ਟਾਈਮ ਆ, ਬੜੀ ਲੜਾਈਆਂ ਕਰ ਸਕਦੇ ਆ, ਹਰ ਤਰ੍ਹਾਂ ਦੀ ਲੜਾਈ ਹੋ ਸਕਦੀ ਆ। ਕੋਈ ਬੰਦਾ ਪਿੱਛੇ ਨਹੀਂ ਆ, ਕੋਈ ਪਾਰਟੀ ਪਿੱਛੇ ਨਹੀਂ ਆ, ਆਪਣੀ ਜੰਗ ਲੜ ਸਕਦੀ ਹੈ। ਮੈਂ ਵੀ ਆਪਣੀ ਜੰਗ ਲੜ ਸਕਦਾ, ਲੜਾਂਗਾ। ਪਰ ਅੱਜ ਸਿਰਫ ਇੱਕ ਚੀਜ਼ ਆ ਕਿ ਇਕੱਠੇ ਹੋ ਕੇ ਕੋਵਿਡ ਦੀ ਜੰਗ ਲੜਨੀ ਚਾਹੀਦੀ। ਤ੍ਰਿਪੁਰਿੰਦਰ ਸਿੰਘ ਬਾਜਵਾ ਬਟਾਲਾ ਤੋਂ ਜਿਹੜੇ ਹੈਗੇ ਚੋਣ ਲੜਨਾ ਚਾਹੁੰਦੇ ਹੈਗੇ ਨੇ, ਤਾਂ ਫਿਰ ਆਗੇ ਕੀ ਕਰਤੀ ਉਹਨਾਂ ਨੇ ਤਾਂ ਸ਼ੁਰੂ ਇਸੇ ਕਰਕੇ ਸਾਰੀ ਸਵਾਲ ਹੈ ਜਿਵੇਂ ਮੈਂ ਕੀਤਾ ਵੀ ਤੁਹਾਨੂੰ ਤੇ 2 ਮੰਤਰੀ ਮਿਲੇ, ਤ੍ਰਿਪੁਰਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਫਿਰ ਤੁਸੀਂ ਕਹਿੰਦੇ ਜੀ ਉੱਥੇ ਕੋਵਿਡ ਦੀ ਇੰਨੀ ਮਾੜੀ ਹਾਲਤ। ਮੈਂ ਫੈਕਟ ਤੁਹਾਡੇ ਸਾਹਮਣੇ ਰੱਖਿਆ। ਜਿਹੜੇ ਬੰਦੇ ਕੁਰਸੀ ਤੇ ਬੈਠੇ ਨੇ ਉਹਨਾਂ ਦੀ ਜ਼ਿੰਮੇਵਾਰੀ ਵੱਧ ਵਾ, ਕਿਉਂਕਿ ਉਹਨਾਂ ਕੋਲ ਪਾਵਰ ਹੈ, ਮੇਰੇ ਕੋਲ ਪਾਵਰ ਨਹੀਂ ਹੈ। ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਤ੍ਰਿਪੁਰਿੰਦਰ ਸਿੰਘ ਬਾਜਵਾ ਦਾ, ਉਹਦਾ ਇੱਕੋ ਜਵਾਬ ਆ ਕਿ ਫਤਿਹਗੜ੍ਹ ਚੂੜੀਆਂ ਹਲਕਾ ਮੇਰੇ ਨਾਲ ਹੈ, ਉੱਥੋਂ 2 ਵਾਰੀ ਜਾਂ 3 ਵਾਰੀ ਤ੍ਰਿਪੁਰ ਤੁਹਾਨੂੰ ਜਿੱਤੇ ਹੋਣੇ। ਕਿਆ ਐਸੇ ਕਾਰਨ ਹੋ ਗਏ ਕਿ ਮੰਤਰੀ ਆਪਣੀ ਕੌਂਸਟੀਟਿਊਂਸੀ ਛੱਡ ਕੇ ਦੂਜੀ ਕੌਂਸਟੀਟਿਊਂਸੀ ਜਾ ਰਿਹਾ? ਕੁਝ ਨਾ ਕੁਝ ਤਾਂ ਗੜਬੜ ਹੋਗੀ, ਉਹਨੂੰ ਪੁੱਛੋ। ਮੈਂ ਤਾਂ ਤਿਆਰ ਆ, ਮੈਂ ਤਾਂ ਲੜਾਂਗੇ ਬਟਾ ਲਿਓ। ਦੇਖੋ ਉਹ ਜੀ, ਗੱਲ ਸੁਣੋ, ਪਾਰਟੀ ਕੋ ਬੰਦੇ ਤੇ ਸਾਰੇ ਮੇਰੇ ਜਿੱਤੇ ਨੇ ਉੱਥੇ, ਉਹਦੀ ਛੱਡੀਏ ਗੱਲ। ਦੇਖੋ ਮੇਰੀ ਗੱਲ ਸੁਣੋ, ਮੈਂ ਚੁਣਾਵ ਲੜਾਂਗਾ ਤੇ ਬਟਾਲੇ ਲੜਾਂਗਾ, ਡੈਫੀਨੇਟਲੀ ਲੜਾਂਗਾ। ਯਾਰ ਇਹ ਤੇ ਗੱਲ ਮੈਂ ਕਹਿੰਦਾ ਕੋਵਿਡ ਤੋਂ ਬਾਅਦ ਦੇਖ ਲਾਂਗੇ, ਬੜਾ ਟਾਈਮ ਪਿਆ। ਕੋਵਿਡ ਵੀ ਚੱਲਣਾ,
ਤੇ ਨਾਲ ਬਟਾਲਾ ਦੇ ਲੋਕ ਚਾਹੁੰਦੇ ਅਸ਼ਵਨੀ ਸੇਖੜੀ ਉੱਥੋਂ ਚੁਣਾਵ ਲੜੇ ਔਰ ਜ਼ਰੂਰ ਲੜੇਗਾ। ਅਗਰ ਬਟਾਲਾ ਲੋਕ ਕਹਿਣਗੇ ਨਹੀਂ ਚੁਣਾਵ ਲੜਨਾ ਤਾਂ ਨਹੀਂ ਲੜੇਗਾ। ਅਗਰ ਕਾਂਗਰਸ ਨੇ ਟਿਕਟ ਨਾ ਦਿੱਤੀ ਕਾਂਗਰਸ ਫਿਰ ਤੋਂ ਲੜਿਆ ਕਿਉਂ ਜੋ ਕਾਂਗਰਸ ਟਿਕਟ ਜਿਹੜੀ ਹੈ, ਗੱਲ ਸੁਣੋ, ਜ਼ਿਲ੍ਹਾ ਗੁਰਦਾਸਪੁਰ ਵਿੱਚ 7 ਸੀਟਾਂ ਵਾ, 42% ਪਾਪੂਲੇਸ਼ਨ ਹੈ ਹਿੰਦੂਆਂ ਦੀ, ਤਾਂ ਕਿਆ ਇੱਕ ਟਿਕਟ ਵੀ ਹਿੰਦੂਆਂ ਨੂੰ ਨਹੀਂ ਦੇਣੀ ਹੈ? ਯੂ ਸੀ ਵੀ ਆਰ ਵੋਟਿੰਗ ਫॉर ਕਾਂਗਰਸ ਪਾਰਟੀ since long। ਸਵਾਲ ਇਹ ਹੈ ਵੀ ਬਾਈ ਚਾਂਸ ਜਿਵੇਂ ਤੁਸੀਂ ਕਹੇ ਮਾਹੌਲ ਹੀ ਪਾਰਟੀ ਦਾ ਇਦਾਂ ਦਾ ਬਣਿਆ ਪਿਆ, ਜੇ ਤੁਹਾਨੂੰ ਇਨਕਾਰ ਕਰਦੇ ਤਾਂ ਫਿਰ ਵੀ ਲੜੋਗੇ ਇਲੈਕਸ਼ਨ? ਚੁਣਾਵ ਤੇ ਅਸ਼ਵਨੀ ਸੇਖੜੀ ਜ਼ਰੂਰ ਲੜੇਗਾ ਜੀ। ਸੇਖੜੀ ਸਾਹਿਬ, ਜਿਸ ਤਰ੍ਹਾਂ ਤੁਸੀਂ ਕਿਹਾ ਵੀ 42% ਹਿੰਦੂਆਂ ਨੂੰ ਟਿਕਟ ਦੇ, ਹਿੰਦੂਆਂ ਦੀ ਪੁੱਛੀ ਨਹੀਂ ਹੈ ਕਿ ਫਿਰ ਤੁਸੀਂ ਕਿਵੇਂ ਭਾਲਦੇ ਹੋ ਹਿੰਦੂਆਂ ਨੂੰ ਟਿਕਟ? ਪਹਿਲਾਂ ਤੁਸੀਂ ਕਹਿ ਕੇ ਹਟੇ ਹੋ। ਦੇਖੋ ਇੱਕ ਗੱਲ ਸੁਣੋ, ਤੁਸੀਂ ਗੱਲ ਨੂੰ ਸਾਈਡ ਟਰੈਕ ਨਾ ਕਰੋ। ਮੈਂ ਤੇ ਇੱਕ ਗੱਲ, ਜਿਹੜਾ ਮੁੱਦਾ ਚੱਕਿਆ ਨਾ ਉਹਦੇ ਤੇ ਜਵਾਬ ਆ ਲਾਂਦੇ, ਫਿਰ ਤੁਹਾਨੂੰ ਦੱਸੂਗਾ ਕਿੱਧਰੋਂ ਲੜਨਾ ਕਿੱਦਾਂ ਨਹੀਂ ਲੜਨਾ। ਚਰਚਾ ਇਹ ਹੈ ਕਿ ਤੁਸੀਂ ਜਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਲੜਦੇ ਨੇ, ਦੋਨਾਂ ਪਾਰਟੀਆਂ ਨੇ ਤੁਹਾਡੀ ਗੱਲ ਚੱਲ ਰਹੀ ਹੈ। ਅਸ਼ਵਨੀ ਸੇਖੜੀ ਦੀ ਸੇਵਾ ਦੇਖ ਕੇ ਹਰ ਪਾਰਟੀ ਚਾਹੁੰਦੀ ਅਸ਼ਵਨੀ ਸੇਖੜੀ ਸਾਡੇ ਵੱਲੋਂ ਲੜੇ। ਕਾਂਗਰਸ ਵੀ ਚਾਹੁੰਦੀ ਹੈ, ਆਪਸ਼ਨ ਖੁੱਲੀਆਂ ਨੇ, ਕਾਂਗਰਸ ਵੀ ਚਾਹੁੰਦੀ ਹੈ। ਆਪਸ਼ਨ ਖੁੱਲੀਆਂ ਨੇ, ਯੂ ਸੀ ਮੈਂ ਲੋਕਾਂ ਦੇ ਲਈ ਹਾਂ। ਨਹੀਂ ਆਪਸ਼ਨ ਖੁੱਲੀਆਂ। ਆਈ ਐਮ ਫॉर ਮਾਈ ਪੀਪਲ। ਜਿਹੜੇ ਬਟਾਲਾ ਦੇ ਔਰ ਪੰਜਾਬ ਦੇ ਲੋਕ ਨੇ, ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਨੇ, ਜਿਹੜੇ ਮੇਰੀ ਸੋਚ ਦੇ ਲੋਕ ਨੇ, ਜਿਹੜੇ ਪੰਜਾਬ ਨਾਲ ਪਿਆਰ ਕਰਦੇ ਨੇ, ਜਿਹੜੇ ਸੈਕੂਲਰ ਨੇ, ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਨਾਲ ਖਲੋਤੇ ਆ, ਉਹਨਾਂ ਨੂੰ ਬਟਾਲੇ ਰਿਪਰੈਜ਼ੈਂਟ। ਵੈਸੇ ਰੱਖਿਆ ਕਿ ਚਰਚਾ ਹੈ ਕਿ ਤ੍ਰਿਪਤ ਬਾਜਵਾ ਵੀ ਹੋਣਾ ਚਾਹੁੰਦੇ ਨੇ, ਪ੍ਰਤਾਪ ਬਾਜਵਾ ਵੀ ਹੋਣਾ ਚਾਹੁੰਦੇ ਨੇ। ਮੈਂ ਕਹਿੰਦਾ ਸੀਐਮ ਸਾਹਿਬ ਨੂੰ ਲੜ ਲੈਣਾ ਚਾਹੀਦਾ ਬਟਾਲੇ ਆ ਕੇ, ਕੀ ਹਰਜਾ ਚ? ਨਹੀਂ ਨਹੀਂ ਹਰ ਵਾਰੀ 33-36 ਬੰਦੇ ਬਟਾਲੇ ਅਪਲਾਈ ਕਰਦੇ ਨੇ, ਸੇਖੜੀ ਸਾਹਿਬ, ਤੇ ਪਿਛਲੇ ਕਿੰਨਾ 85 ਤੋਂ ਹੁਣ ਤੱਕ 37 ਸਾਲ ਹੋ ਗਏ। ਹਰ ਵਾਰੀ 1985 ਤੋਂ ਲੈ ਕੇ ਹੁਣ ਤੱਕ ਹਰ ਵਾਰ ਬਟਾਲੇ ਦੀ 35 ਬੰਦੇ ਟਿਕਟਾਂ ਅਪਲਾਈ ਹੁੰਦੀਆਂ ਤੇ ਕਾਂਗਰਸ ਪਾਰਟੀ ਮੈਨੂੰ ਚੁਣ ਕੇ ਭੇਜਦੀ ਹੈ ਤੇ ਮੈਂ ਹੀ ਲੜਦਾ। ਐਰ ਕੀ ਫਿਰ ਮੈਨੂੰ ਭੇਜਣਾ, ਉਹਨਾਂ ਨੇ ਫਿਰ ਵੀ ਲੜਨਾ ਹੀ ਆ ਆਪਾਂ ਚੁਣਾਵ। ਸਿੱਧੀ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਸੁਣਵਾਈ ਨਹੀਂ ਹੈਗੀ ਤੁਹਾਡੀ, ਹਾਂ। ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਮਾਂ ਨਹੀਂ ਦਿੱਤਾ। ਨਵਜੋਤ ਸਿੰਘ ਸਿੱਧੂ ਸਾਹਿਬ ਕਹਿੰਦੇ ਨੇ ਜਿਹੜੇ ਵੀ ਵਿਧਾਇਕ ਨੇ ਜਾਂ ਕਾਂਗਰਸ ਸੀਨੀਅਰ ਲੱਗੇ ਨੇ, ਹਾਈ ਕਮਾਂਡ ਕੋਲ ਜਾ ਕੇ ਸ਼ਿਕਾਇਤਾਂ ਕਰਨੇ ਜਿਹੜੀਆਂ ਕੈਪਟਨ ਸਾਹਿਬ ਦੀਆਂ, ਤੁਸੀਂ ਸਹਿਮਤ ਹੋ ਉਹਨਾਂ ਨਾਲ? ਇਸੀ ਜੰਗ ਲੱਗੀ ਦੀ ਆ ਇੱਕ ਛੋਟੀ ਚੀਜ਼ ਨਹੀਂ ਜਿਹੜੀ ਮੈਂ ਤੁਹਾਡੇ ਕੋਲ ਲੈ ਕੇ ਆ ਰਿਹਾ। ਕਿਸੇ ਦੀ ਜ਼ਰੂਰਤ ਨਹੀਂ ਆ ਚੀਜ਼ ਇਹੋ ਜਿਹੀ ਲੈ ਕੇ ਆਇਆ ਕਿ ਮੈਂ ਮੈਸੇਜ ਕੀਤਾ ਸੀਐਮ ਨੂੰ, ਐਜ਼ ਏ ਵਰਕਰ ਛੱਡੋ, ਨਾਗਰਿਕ ਤਾਂ ਹੈ ਨਾ ਪੰਜਾਬ ਦਾ। ਅਸੀਂ ਕੁਰਲਾ ਰਹੇ ਆ ਕਿ ਅਸੀਂ ਨਾਲ ਜੁੜ ਕੇ ਮਦਦ ਕਰਨ ਨੂੰ ਤਿਆਰ ਆ ਸਰਕਾਰ ਦੀ। ਅਗਲੇ ਨਹੀਂ ਲੈ ਰਹੇ, ਇਹਦਾ ਮਤਲਬ ਕੀ ਹੈ? ਮੈਂ ਇਹ ਪਤਾ ਕਰਨਾ ਚਾਹੁੰਦਾ, ਮੁੱਖ ਮੰਤਰੀ ਸਾਹਿਬ ਜਵਾਬ ਦਿਓ, ਤੁਸੀਂ ਕਿਉਂ ਨਹੀਂ ਲੋਕਾਂ ਦੀ ਮਦਦ ਲੈਂਦੇ ਪਏ? ਕਿਆ ਤੁਸੀਂ ਸક્ષਮ ਹੋ? ਗਰੰਟੀ ਕਰੋਗੇ ਪੰਜਾਬ ਦਾ ਕੋਈ ਬੰਦਾ ਨਹੀਂ ਮਰੇਗਾ ਕਰੋਨਾ ਨਾਲ? ਕਿਆ ਸਰਕਾਰ ਇਸ ਚੀਜ਼ ਦੀ ਗਰੰਟੀ ਚੱਕਦੀ ਹੈ ਕਿ ਵੀ ਪੰਜਾਬ ਦੇ ਹਰ ਬੰਦੇ ਨੂੰ ਕਰੋਨਾ ਦਾ ਇਲਾਜ ਮਿਲੇਗਾ? ਅਗਰ ਕੋਈ ਮਰੇ ਤਾਂ ਕਹ 307 ਦਾ ਪਰਚਾ ਕਰੋ, 307 ਦਾ ਪਰਚਾ ਕਰੋਗੇ? ਉੱਤੇ ਕੌਣ ਜ਼ਿੰਮੇਵਾਰੀ ਲੈਂਦਾ ਇਸ ਚੀਜ਼ ਦੀ? ਨਹੀਂ, ਤੁਹਾਨੂੰ ਹਾਈ ਕਮਾਂਡ ਕੋਲ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਹਾਈ ਕਮਾਂਡ ਕੋਲ ਜਾ ਹੀ ਰਿਹਾ ਨਾ ਜੀ। ਤੁਸੀਂ ਹਾਈ ਕਮਾਂਡ ਨੂੰ ਕਿਉਂ ਨਹੀਂ ਭੇਜਦੇ ਹੈਗੇ? ਕੀ ਪਤਾ ਹਾਈ ਕਮਾਂਡ ਦੀ ਮਰਜ਼ੀ ਨਾਲ ਬੋਲਣ ਡਿਆ ਮੈਂ। ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈਗੀ ਆ, ਪਰ ਜਿਹੜੀਆਂ ਮੀਟਿੰਗਾਂ ਕਾਂਗਰਸ ਦੇ ਹੀ ਵਿਧਾਇਕ ਤੇ ਲੀਡਰ ਕਰਦੇ ਹੈਗੇ ਨੇ। ਹੈਂ? ਸੇਠੀ ਸਾਹਿਬ, ਤੁਹਾਨੂੰ ਕਿਸੇ ਤੁਹਾਡੇ ਦਾ ਫੋਨ ਆਇਆ ਕੋਈ ਗੱਲਬਾਤ ਵਾਸਤੇ ਕਿ ਆਓ ਆਪਾਂ ਮੀਟਿੰਗ ਕਰਦੇ ਹਾਂ? ਆਲ ਪਾਰਟੀ ਮੀਟਿੰਗ ਦੀ ਤੁਸੀਂ ਗੱਲ ਕਰ ਰਹੇ ਹੋ, ਆਲ ਪਾਰਟੀ ਮੀਟਿੰਗ ਤਾਂ ਨਹੀਂ ਹੋ ਰਹੀ, ਤੁਹਾਡੇ ਦੀ ਮੀਟਿੰਗ ਬਹੁਤ ਹੋ ਰਹੀ ਹੈ ਜੀ। ਪਲੀਜ਼ ਲਿਸਨ ਟੂ ਮੀ। ਮੈਂ ਆਈ ਐਮ ਆਊਟ ਆਫ ਦਿਸ। ਮੈਂ ਕਿਸੇ ਵੀ ਛੋਟੀ ਪੋਲਿਟਿਕਸ 'ਚ ਨਹੀਂ ਪੈਣਾ ਚਾਹੁੰਦਾ। ਕੈਪਟਨ ਸਾਹਿਬ ਚੀਫ ਮਿਨਿਸਟਰ ਨੇ, ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਵੇਲੇ ਕਰੋਨਾ ਦੀ ਜੰਗ ਲੜਨਾ। ਤੁਸੀਂ ਸਮਝਦੇ ਨੇ ਇਹੋ ਜਿਹਾ ਚੀਫ ਮਿਨਿਸਟਰ ਪੰਜਾਬ ਲਈ ਜਿਹੜਾ ਆ ਭਲਾ ਕਰ ਸਕਦਾ? ਜਿਹੜਾ ਤੁਹਾਡੇ ਇਹ ਮੈਸੇਜ ਦਾ ਜਿਹੜਾ ਤੁਸੀਂ ਜੋੜ ਕੇ ਕਹਿ ਰਹੇ ਜੇ ਕੋਵਿਡ ਬਚਾਉਣ ਦੀ ਇਹ ਆਉਣਾ ਚਾਹੁੰਦੇ ਜਿਹੜੀ ਹਾਈ ਕਮਾਂਡ ਦੇ ਤੁਹਾਡਾ ਕੋਈ ਜਵਾਬ ਨਹੀਂ ਦਿੱਤਾ ਇਹੋ ਜਿਹਾ ਮੁੱਖ ਮੰਤਰੀ ਦਾ ਲੱਗਦਾ ਵੀ ਭਲਾ ਨਹੀਂ ਕਹਿੰਦਾ ਕਿ ਸੁਣਵਾਈ ਨਹੀਂ ਹੈਗੀ। ਭਲਾ ਹੋ ਜਾਊਗਾ ਪੰਜਾਬ ਦਾ ਇੱਕ ਮੁੱਖ ਮੰਤਰੀ ਨੇ। ਪ੍ਰੈਸ ਜਿਹੜੀ ਹੈ ਡੈਮੋਕ੍ਰੇਸੀ ਦਾ ਸਭ ਤੋਂ ਇੰਪੋਰਟੈਂਟ ਪਿਲਰ ਹੈ। ਜਿੱਥੇ ਕਿਤੇ ਦਰਦ ਹੁੰਦਾ ਪ੍ਰੈਸ ਦੇ ਥਰੂ ਹੀ ਉਹਦਾ ਨਿਵਾਰਨ ਹੁੰਦਾ। ਤਾਂ ਮੈਂ ਪ੍ਰੈਸ ਦੇ ਅੱਗੇ ਆਪਣੀ ਦਰਦ ਪੰਜਾਬ ਦਾ ਰੱਖਿਆ। ਮੈਂ ਚੰਡੀਗੜ੍ਹ ਨਹੀਂ ਰਹਿੰਦਾ, ਮੈਂ ਮਾਝੇ 'ਚ ਰਹਿਣਾ, ਪੰਜਾਬ 'ਚ ਰਹਿਣਾ। ਚੰਡੀਗੜ੍ਹ 'ਚ ਰਹਿਣ ਵਾਲੇ ਲੋਕਾਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਰੀਅਲ ਪੰਜਾਬ ਦੇ ਵਿੱਚ ਦਰਦ ਕੀ ਹੈ। ਗੋਲੀਆਂ ਚੱਲਦੀਆਂ ਪਈਆਂ, ਅੱਜ ਵੀ ਬੰਦੇ ਮਰੇ। ਸੇਖੜੀ ਸਾਹਿਬ, ਇਸੇ ਕਰਕੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਕੀ ਹੈ? ਲੋਕਾਂ ਨੂੰ ਜੇਲ੍ਹਾਂ 'ਚ ਫੋਨ ਜਾ ਰਹੇ ਨੇ, ਇਹ ਕਦੀ ਦੇਖਿਆ ਨਹੀਂ ਸੀ। ਸੇਖੜੀ ਸਾਹਿਬ, ਇਸੇ ਕਾਰਨ ਤਾਂ ਨਹੀਂ ਵੀ ਪ੍ਰੈਸ ਕਾਨਫਰੰਸ ਤੁਸੀਂ ਗਵਾਂਢ ਦੇ ਵਿੱਚ ਹੀ ਅੱਜ ਰੱਖ ਲਈ ਹੈਗੀ ਹੈ ਗੁਆਂਢ 'ਚ ਕਿੱਥੇ? ਕਿ ਸੀਐਮ ਸਾਹਿਬ ਦੇ ਹੈਡਰ ਨੇ, ਤੁਸੀਂ ਪ੍ਰੈਸ ਕਾਨਫਰੰਸ ਉਹਦੇ ਰੱਖ। ਭਾਜੀ ਮੈਨੂੰ ਤੇ ਜਗ੍ਹਾ ਨਹੀਂ ਮਿਲੀ ਚੰਡੀਗੜ੍ਹ 'ਚ। ਕਿਹਾ ਜੀ ਅੱਜ ਕਿਸੇ ਹੋਟਲ 'ਚ ਜਾਂ ਕਿਸੇ ਪ੍ਰੈਸ ਕਲੱਬ 'ਚ ਨਹੀਂ ਜਾ ਸਕਦੇ। ਫਾਰਮ ਹਾਊਸ ਦੇ ਕੋਲ ਪੈ ਜਾਂਦਾ ਨਹੀਂ, ਮੈਂ ਤੇ ਬੇਰੀ ਸਾਹਿਬ ਦੇ ਕੋਲ ਆਇਆ ਭਾਜੀ, ਆਪਣੇ ਭਰਾ ਨੂੰ ਬੇਨਤੀ ਕੀਤੀ ਕਿ ਬੇਰੀ ਸਿੱਧੂ ਸਾਹਿਬ। ਸਾਹਿਬ, ਜਿੱਦਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੇ ਤੌਰ ਤੇ ਨਿਸ਼ਾਨੇ ਸਾਧ ਰਹੇ ਹੋ, ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਗਤ ਸਿੰਘ ਹੋਰਾਂ ਸਾਹਿਬ ਜੀ, ਉਹਨਾਂ ਨੂੰ ਧਮਕੀ ਭਰਿਆ ਫੋਨ ਆਉਂਦਾ ਹੈ, ਜੇ ਤੁਹਾਨੂੰ ਵੀ ਤੁਹਾਨੂੰ ਧਮਕੀ ਭਰਿਆ ਫੋਨ ਆ ਗਿਆ ਤਾਂ ਕਿ ਕਾਲੇ ਚਲਾਉਣਾ ਜਾਂ ਨਹੀਂ? ਗੱਲ ਸੁਣੋ, ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਾ
ਕਿ ਅਸੀਂ ਸੇਵਾ ਦਾ ਕੰਮ ਕਰ ਰਹੇ ਹਾਂ। ਮੇਰੀ ਇੰਡਸਟਰੀ ਵੀ ਬਟਾਲੇ ਹੈ, ਸਰਕਾਰ ਚਾਹੇ ਬੰਦ ਕਰਨੀ ਤੇ ਬੰਦ ਕਰ ਲੈ, ਮੈਨੂੰ ਕੋਈ ਇਤਰਾਜ਼ ਨਹੀਂ ਗਾ, ਪਰ ਲੋਕਾਂ ਦੀ ਆਵਾਜ਼ ਜ਼ਰੂਰ ਚੱਕਾਂਗਾ। ਅਜੇ ਤਾਂ ਮੈਂ ਪਿਆਰ ਨਾਲ ਚੱਕਣ ਡਿਆ, ਤੇ ਮੈਂ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਰਿਹਾ, ਪੰਜਾਬ ਯੂਨੀਵਰਸਿਟੀ ਦਾ, ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ। ਹਰ ਚੀਜ਼ ਜਾਣਦੇ ਹਾਂ, ਕਰ ਸਕਦੇ ਹਾਂ, ਪਰ ਇਸ ਵੇਲੇ ਲੜਾਈ ਸਿਰਫ ਕਰੋਨਾ ਦੀ ਹੈ। ਉਸ ਲੜਾਈ ਨੂੰ ਲੜਨਾ ਚਾਹੀਦਾ ਔਰ ਇਕੱਠੇ ਹੋ ਕੇ ਲੜਨਾ ਚਾਹੀਦਾ। ਜਦੋਂ ਪੋਲੀਟੀਕਲ ਲੜਾਈ ਹੋਏਗੀ ਲੜ ਲਵਾਂਗੇ, ਚਾਹੇ ਅੱਜ ਕੋਈ ਮੰਤਰੀ ਹੈ ਚਾਹੇ ਕੋਈ ਸੰਤਰੀ ਹੈ, ਦੇਖ ਲਾਂਗੇ। ਉਹਨਾਂ ਦੇ ਮਾਮਲੇ ਸਵਾਲ ਚੁੱਕੇ, ਜੋ ਸਵਾਲ ਨਵਜੋਤ ਸਿੰਘ ਸਿੱਧੂ ਚੁੱਕ ਰਹੇ ਨੇ, ਤੁਸੀਂ ਉਹਨਾਂ ਨਾਲ ਸਹਿਮਤ ਹੋ ਕਿ ਜਾਇਜ਼ ਸਵਾਲ ਨੇ ਉਹਨਾਂ ਦੇ? ਦੇਖੋ, ਮੈਂ ਨਵਜੋਤ ਸਿੰਘ ਸਿੱਧੂ ਦੀ ਜਾਂ ਦੂਜੇ ਸਵਾਲਾਂ ਬਾਰੇ ਨਾ ਤੇ ਸੋਚਦਾ, ਨਾ ਮੈਨੂੰ ਉਹਦੇ ਬਾਰੇ ਕੋਈ ਟਿੱਪਣੀ ਕਰਨੀ ਹੈ। ਮੇਰੀ ਤਾਂ ਇੱਕੋ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਇਸ਼ੂ ਕਰੋਨਾ ਹੈ। ਹਰ ਬੰਦੇ ਨੂੰ ਆਪਣੇ ਬੱਚਿਆਂ ਦੀ ਫਿਕਰ ਪਈ ਹੈ ਕਿ ਯਾਰ ਜੇ ਮੈਂ ਬਿਮਾਰ ਹੋ ਗਿਆ ਤਾਂ ਮੈਨੂੰ ਆਕਸੀਜਨ ਮਿਲੇਗੀ ਕਿ ਨਹੀਂ ਮਿਲੇਗੀ, ਅੱਛਾ ਸੇਠ ਬੈੱਡ ਮਿਲੇਗਾ ਕਿ ਨਹੀਂ ਮਿਲੇਗਾ। ਜੀ ਸਾਹਿਬ ਇੱਕ ਦੱਸੋ, ਅੱਜ ਤੋਂ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਅਸੀਂ ਪਲਾਜ਼ਮਾ ਦੀ ਡੋਨੇਸ਼ਨ ਕਰਤੀ, ਲੰਗਰ ਲਾਏ ਹੋਏ ਨੇ ਲੋਕਾਂ ਵਾਸਤੇ, ਇਸੇ ਤਰ੍ਹਾਂ ਕੋਵਿਡ ਕੇਅਰ ਸੈਂਟਰ 7-8 ਹੁਣ ਤੱਕ ਬਣਾ ਚੁੱਕੇ ਆ। ਤੇ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਸੀਐਮ ਸਾਹਿਬ ਨੂੰ ਕੋਈ ਆਲ ਪਾਰਟੀ ਮੀਟਿੰਗ ਬੁਲਾ ਲਈ ਜਾਵੇ। ਤੇ ਤੁਸੀਂ ਇਸ ਗੱਲ ਤੇ ਸਹਿਮਤ ਹੋ ਕਿ ਜਿਹੜੀ ਕਾਂਗਰਸ ਹੈਗੀ ਹੈ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈਗਾ, ਉਸ ਤਰ੍ਹਾਂ ਨਹੀਂ ਕਰ ਪਾ ਰਹੀ ਹੈਗੀ? ਦੇਖੋ, ਉਹਦੇ 'ਚ ਸਿੰਪਲ ਹੈ ਗੱਲ ਕਿ ਮੈਂ ਸਮਝਦਾ ਕਿ ਸੁਖਬੀਰ ਹੋਣਾ ਨੇ ਖੋਲ੍ਹੇ ਨੇ ਕੋਈ ਕੋਵਿਡ ਸੈਂਟਰ ਆਪਣੇ ਇਲਾਕੇ 'ਚ ਖੋਲ੍ਹੇ ਨੇ। ਹੁਣ ਸਾਡੇ ਕਾਲਜ ਵਾਲੇ ਤਾਂ ਸਿੱਧੇ ਹੀ ਕਹਿ ਰਹੇ ਨੇ ਕਿ ਅਸੀਂ ਤੇ ਇਨਫਰਾਸਟ੍ਰਕਚਰ ਦੇ ਸਕਦੇ ਹਾਂ, ਬੈੱਡ ਲਵਾ ਸਕਦੇ ਹਾਂ, ਸਾਡੇ ਕੋਲ ਆਕਸੀਜਨ ਕੰਸਨਟ੍ਰੇਟਰ ਨਹੀਂ ਹੈਗੇ, ਹੈ ਨਾ, ਸਾਡੇ ਕੋਲ ਆਕਸੀਜਨ ਦਾ ਇੰਤਜ਼ਾਮ ਨਹੀਂ ਹੈ, ਦੈਟ ਇਜ਼ ਫੁੱਲੀ ਕੰਟਰੋਲਡ ਬਾਈ ਗਵਰਨਮੈਂਟ। ਸਾਨੂੰ ਗਵਰਨਮੈਂਟ ਸਪੋਰਟ ਕਰੇ, ਸਾਨੂੰ ਕੋਈ ਸੋਸ਼ਲ ਆਰਗੇਨਾਈਜੇਸ਼ਨ ਸਪੋਰਟ ਕਰੇ, ਕੋਈ ਪੋਲੀਟੀਕਲ ਪਾਰਟੀ ਸਪੋਰਟ ਕਰੇ, ਅਸੀਂ ਤੇ ਲੋਕਾਂ ਲਈ ਇਹ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਆਲ ਪਾਰਟੀ ਮੀਟਿੰਗ ਦੀ ਡਿਮਾਂਡ ਕੀਤੀ ਸੀ ਕਿ ਸਭ ਉੱਥੇ ਵੀ ਸਰਕਾਰ ਦਾ ਹਾਲੇ ਤੱਕ ਕੋਈ ਇਸ਼ਾਰਾ ਨਹੀਂ ਆਇਆ ਹੈ। ਚਲੋ, ਅਸੀਂ ਵੀ ਤਾਂ ਕਹਿ ਰਹੇ ਹਾਂ ਨਾ, ਆਲ ਪਾਰਟੀ ਮੀਟਿੰਗ ਸੱਦ ਕੇ ਕਰੋਨਾ ਉੱਤੇ ਕੰਮ ਹੋਣਾ ਚਾਹੀਦਾ। ਅਸੀਂ ਤੇ ਮੈਂ ਵੀ ਇਹੀ ਕਹਿ ਰਿਹਾ ਵਾਂ। ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਹਾਲ ਤੱਕ ਸਜ਼ਾ ਨਹੀਂ ਮਿਲੀ ਬੇਅਦਬੀ ਦੇ ਦੋਸ਼ੀਆਂ ਨੂੰ। ਕੀ ਲੱਗਦਾ ਕਿ ਲੋਕ ਤਾਂ ਤੁਹਾਡੇ ਤੋਂ ਵੀ ਸਵਾਲ ਮੰਗਣਗੇ, ਭਾਵੇਂ ਤੁਸੀਂ ਕਹਿ ਰਹੇ ਵੀ ਹਿੰਦੂਵਾਦੀ ਜ਼ਿਆਦਾ ਹੈ, ਪੁੱਛੋਗੇ ਤਾਂ ਸਹੀ ਰਹੋਗੇ। ਇੱਕ ਗੱਲ ਦੱਸਾਂ, ਗੁਰੂ ਗ੍ਰੰਥ ਸਾਹਿਬ ਸਭ ਦੇ ਗੁਰੂ, ਪ੍ਰੋਬਬਲੀ ਯੂ ਆਰ ਨਾਟ ਅਵੇਅਰ, 10 ਦੇ 10 ਗੁਰੂ ਸਾਹਿਬਾਨ ਖਸ਼ਤਰੀ ਸਨ, ਖੱਤਰੀ ਸਨ, ਜਿਸ ਤਰ੍ਹਾਂ ਮੈਂ ਵੀ ਖੱਤਰੀ ਹਾਂ। ਔਰ ਗੁਰੂ ਸਾਹਿਬ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਗਈ ਆ, ਅਲਾਈ ਬਾਣੀ, ਅਸੀਂ ਲੋਕ ਜ਼ਿਆਦਾ ਇੱਜ਼ਤ ਕਰਦੇ ਹਾਂ, ਜ਼ਿਆਦਾ ਉਹਨੂੰ ਮੰਨਦੇ ਹਾਂ, ਜ਼ਿਆਦਾ ਮੱਥਾ ਟੇਕਦੇ ਹਾਂ। ਤੁਸੀਂ ਕਿਸੇ ਗੁਰਦੁਆਰੇ ਚਲ ਜਾਓ, ਸਾਡੀ ਕਮਿਊਨਿਟੀ ਦੇ ਲੋਕ ਜਾ ਕੇ ਮੱਥਾ ਵੱਧ ਟੇਕਦੇ ਨੇ ਕਿ ਅਸੀਂ ਸਮਝਦੇ ਸਾਡੀ ਬਾਣੀ ਠੀਕ ਹੈ। ਬੰਦੇ ਦਾ ਮਰਡਰ ਹੋਏ ਨਾ, ਬੰਦੇ ਦੇ ਬੰਦੇ ਮਰਡਰ ਦੇ ਵਿੱਚ ਸਜ਼ਾ ਦੇ ਦੇਣਾ ਇੱਕ ਦੂਸਰੀ ਗੱਲ ਹੈ, ਪਰ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ, ਜਿਹੜੇ ਉਹਦੇ ਅੰਗ ਡਿਸਟਰਬ ਕੀਤੇ ਗਏ ਜਾਂ ਉਹਨਾਂ ਅੰਗਾਂ ਨੂੰ ਖੰਡਿਤ ਕੀਤਾ ਗਿਆ, ਉਹ ਸਾਡੇ ਦਿਲ ਤੇ ਚੁੱਭਦੀ, ਉਹ ਖੂਨ ਦੀ ਤਰ੍ਹਾਂ ਚੁੱਭਦੀ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਬੇਅਦਬੀ ਗੁਰੂ ਸਾਹਿਬ ਦੀ ਹੋਈ ਹੈ, ਉਹ ਕਿਉਂ ਨਹੀਂ ਅੱਜ ਤੱਕ ਹੋ ਸਕਿਆ, ਉਹਦਾ ਸਜ਼ਾ ਦਿੱਤੀ ਗਈ, ਬੰਦੇ ਕਿਉਂ ਨਹੀਂ ਫੜੇ ਗਏ, ਫੜੇ ਜਾਣੇ ਚਾਹੀਦੇ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜੇ ਅਸੀਂ ਗੁਰੂ ਸਾਹਿਬ ਨੂੰ ਦੋਸ਼ਿਤ ਕਰਨ ਵਾਲੇ ਬੰਦਿਆਂ ਨੂੰ ਸਜ਼ਾ ਨਹੀਂ ਦੇ ਸਕਦੇ, ਫਿਰ ਲਾਅ ਐਂਡ ਆਰਡਰ ਦੀ ਜ਼ਰੂਰਤ ਕੀ ਹੈ? ਫਿਰ ਤਾਂ ਲੋਕੀ ਆਪੇ ਸਭ ਲੜਨਗੇ। ਇਮੀਡੀਏਟਲੀ ਹੋਣਾ ਚਾਹੀਦਾ, ਵਿਦਆਊਟ ਫੇਲ ਹੋਣਾ ਚਾਹੀਦਾ। ਪਰ ਸਾਡੀ ਸਰਕਾਰ ਜਿਹੜੀ ਇੱਥੇ ਫੇਲ ਹੋਈ ਆ, ਮੈਂ ਉਹਨੂੰ ਕੰਡੈਮ ਕਰਨਾ, ਉਹ ਬਿਲਕੁਲ ਹੋਣਾ ਚਾਹੀਦਾ, ਇਮੀਡੀਏਟਲੀ ਹੋਣਾ ਚਾਹੀਦਾ। ਕਾਂਗਰਸੀ ਵਿਧਾਇਕ ਕਹਿ ਰਹੇ ਕਿ ਲੋਕਾਂ 'ਚ ਇਹ ਪਰਸੈਪਸ਼ਨ ਜਾ ਚੁੱਕੀ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਮਿਲੇ ਹੋਏ ਨੇ, ਫ੍ਰੈਂਡਲੀ ਮੈਚ ਖੇਡ ਰਹੇ ਨੇ, 74-25 ਨਵਜੋਤ ਸਿੰਘ ਸਿੱਧੂ ਵੀ ਗੱਲ ਕਰਦੇ ਨੇ। ਤੁਸੀਂ ਕੀ ਸਮਝਦੇ ਹੋ ਕਿ ਇਹ ਬਾਕੀ ਹੀ ਪਰਸੈਪਸ਼ਨ ਠੀਕ ਹੈਗੀ ਹੈ ਕਿ ਅਕਾਲੀ ਦਲ ਦੇ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਮਿਲੇ ਹੋਏ ਨੇ? ਇਹ ਤੇ ਬਾਦਲ ਤੇ ਕੈਪਟਨ ਸਾਹਿਬ ਵੀ ਦੱਸ ਸਕਦੇ, ਮੈਂ ਤਾਂ ਨਹੀਂ ਨਾ ਦੱਸ ਸਕਦਾ। ਮੈਂ ਕਿਹੜਾ ਉਹਨਾਂ ਦੀ ਮੀਟਿੰਗ ਬੈਠਾ ਸੀ ਭਾਜੀ, ਮੈਨੂੰ ਤਾਂ ਕੋਈ ਆਈਡੀਆ ਹੀ ਨਹੀਂ ਹੈਗਾ, ਉਹੀ ਦੱਸ ਸਕਦੇ ਨੇ। ਕਾਂਗਰਸੀ ਵਿਧਾਇਕ ਕਹਿੰਦੇ ਕਿ ਲੋਕਾਂ 'ਚ ਪਰਸੈਪਸ਼ਨ ਹੀ ਜਾ ਚੁੱਕੀ ਹੈ, ਤੁਸੀਂ ਮੰਨਦੇ ਹੋ ਪਰਸੈਪਸ਼ਨ? ਉਹ ਵਿਧਾਇਕ ਉਹੀ ਦੱਸਣਗੇ। ਮੇਰੇ ਕੋਲ ਤੇ ਦੇਖੋ, ਮੇਰੀ ਪਰਸੈਪਸ਼ਨ ਇਹ ਹੈ ਕਿ ਜਿਹੜਾ ਬੰਦਾ ਸ਼ਾਸਕ ਹੈ, ਜਿਹਨੂੰ ਲੋਕਾਂ ਨੇ ਚੁਣ ਕੇ ਭੇਜਿਆ, ਉਹਦਾ ਧਰਮ ਬਣਦਾ ਕਿ ਇਹੋ ਜਿਹੀ ਜੇ ਬੇਅਦਬੀ ਜਿਹੜੀ ਕੀਤੀ ਗਈ ਆ, ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਸਜ਼ਾ ਦੇਵੇ, ਉਹਦਾ ਧਰਮ ਬਣਦਾ। ਬਾਈ ਉਹਨੂੰ ਰੱਬ ਮਾਫ ਨਹੀਂ ਕਰੇਗਾ ਅਗਰ ਉਹ ਇਨਸਾਫ ਨਾਲ ਦਵਾ ਸਕਿਆ। ਕਿਉਂ ਡਿਲੇ ਕਿਉਂ ਹੋ ਰਿਹਾ, ਕੀ ਲੱਗਦਾ ਤੁਹਾਨੂੰ? ਮੈਂ ਇਹਦੇ ਬਾਰੇ ਕੀ ਕਹਿ ਸਕਦਾ ਭਾਈ? ਜਿਹੜਾ ਹੈਗਾ ਰਾਜਨੀਤੀ ਹੀ ਹੋ ਰਹੀ ਹੈਗੀ, ਰਾਜਨੀਤੀ ਦੇ ਸਿਵਾਏ ਕੁਝ ਵੀ ਨਹੀਂ ਹੋ ਰਿਹਾ ਹੈਗਾ। ਪਿਛਲੇ ਉਸੇ ਸੈਂਟੀਮੈਂਟ ਤੇ ਰਾਜਨੀਤੀ ਕਰ ਰਹੀ, ਅਗਰ ਫਿਰ ਤਿਆਰੀ ਕਰ। ਦੇਖੋ, ਗੱਲ ਸੁਣੋ, ਇਸ ਤੋਂ ਉੱਤੇ ਵੀ ਅਦਾਲਤ ਹੈ ਰੱਬ ਦੀ। ਜੇ ਇੱਥੇ ਬੰਦਾ ਹੇਰਾਫੇਰੀ ਕਰੇਗਾ ਨਾ ਇਹੋ ਜਿਹੇ ਕੰਮ 'ਚ, ਤੇ ਉਹਦੀ ਸਜ਼ਾ ਉਹਨੂੰ ਭੁਗਤਣੀ ਪੈਣੀ ਹੈ। ਸਿੰਘ ਸਾਹਿਬ, ਜਿਸ ਤਰੀਕੇ ਨਾਲ ਕੈਪਟਨ
ਅਮਰਿੰਦਰ ਸਿੰਘ ਦਾ ਇਹ ਕਾਰਜਕਾਲ ਰਿਹਾ ਹੈਗਾ, ਤੁਸੀਂ ਮੰਨਦੇ ਹੋ ਕਿ 2022 ਵਾਸਤੇ ਕੈਪਟਨ ਅਮਰਿੰਦਰ ਸਿੰਘ ਫਿੱਟ ਹੈਗੇ ਨੇ ਸੀਐਮ ਚਿਹਰੇ ਵਾਸਤੇ? ਮੇਰਾ ਇਸ ਵੇਲੇ ਤੇ ਦੇਖੋ, ਅਗਰ ਤੇ ਕੋਵਿਡ ਦੀ ਲੜਾਈ ਲੜਦੇ ਨੇ, ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ, ਖੁੱਲ ਕੇ ਦੱਸ ਦਿਓ ਜੀ। ਮੈਂ ਤਾਂ ਦੱਸ ਹੀ ਰਿਹਾ ਜੀ, ਇੱਕ ਇਸ਼ੂ ਹੈ। ਦੇਖੋ ਮੇਰੇ ਹਿਸਾਬ ਨਾਲ, ਅੱਛਾ, ਕੋਵਿਡ ਦੇ ਮੇਰਾ ਹਿਸਾਬ ਨਾਲ ਪੰਜਾਬ ਦੇ ਰੂਟਸ ਦਾ ਇਸ਼ੂ ਕੋਵਿਡ ਹੈ। ਐਮਐਲਏ ਲੜ ਰਹੇ ਆਪਸ ਚ, ਇਹ ਇਸ਼ੂ ਨਹੀਂ ਹੈ। ਲੋਕਾਂ ਨੂੰ, ਲੋਕ ਨਹੀਂ ਬਾਦਰ ਕਰਦੇ ਪਏ ਕਿ ਕਿਹਦੀ ਸੁਲ੍ਹਾ ਕਿਹਦੇ ਨਾਲ ਹੋਈ ਆ, ਕੋਈ ਕੀ ਕਰਦਾ ਪਿਆ ਵਾ, ਕੋਈ ਐਮਐਲਏ ਇੱਧਰ ਜਾ ਰਿਹਾ ਜਾਂ ਮਿਨਿਸਟਰ ਉੱਧਰ ਜਾ ਰਿਹਾ, ਨੋਬਡੀ ਇਜ਼ ਬਾਦਰਡ। ਲੋਕਾਂ ਨੂੰ ਇਸ ਵੇਲੇ ਪਈ ਹੈ ਕਿ ਇਹਦਾ ਕੀ ਬਣੂਗਾ। ਪੰਜਾਬ ਦਾ ਰੀਅਲ ਇਸ਼ੂ ਇਹ ਹੈ, ਦੀ ਰੀਅਲ ਇਸ਼ੂ ਆਫ ਪੰਜਾਬ ਇਜ਼ ਹਾਊ ਟੂ ਫਾਈਟ ਵਿਦ ਕੋਵਿਡ, ਐਂਡ ਦੀ ਚੀਫ ਮਿਨਿਸਟਰ ਓਜ਼ ਅ ਰਿਸਪॉन्सिबिलिटी ਟੁਵਰਡਸ ਦੀ ਪਬਲਿਕ ਆਫ ਪੰਜਾਬ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਹ ਲੜਾਈ ਜਿੱਤੀ ਜਾਵੇ। ਸੀਐਮ ਸਾਹਿਬ ਜਿਸ ਤਰੀਕੇ ਨਾਲ ਸਿਸਮਾ ਦੇ ਵਿੱਚ ਹੀ ਬੈਠੇ ਹੋਏ ਨੇ, ਬਾਹਰ ਨਹੀਂ ਆ ਰਹੇ ਹੈਗੇ, ਕੋਵਿਡ ਦੀ ਜਿਸ ਤਰੀਕੇ ਨਾਲ ਇਹ ਮਹਾਮਾਰੀ ਚੱਲ ਰਹੀ ਹੈ, ਲੱਗਦਾ ਕਿ ਫਿੱਟ ਹੈਗੇ ਨੇ? ਹੋਰ ਮੁੱਦਿਆਂ ਨੂੰ ਵੀ ਦੇਖਿਆ ਜਾਵੇ 2022 ਵਾਸਤੇ ਉਹ ਫਿੱਟ ਹੋਣਗੇ, ਕਿਉਂਕਿ ਜੇ ਕੋਵਿਡ ਲੰਬਾ ਚੱਲਦਾ ਹੈਗਾ, ਇਸ ਮਹਾਮਾਰੀ ਨੂੰ ਕੰਟਰੋਲ ਕਰਨ ਦੀ ਵੀ ਲੋੜ ਹੈ। ਜੇ ਉਹ ਨਹੀਂ ਕੰਟਰੋਲ ਕਰ ਪਾ ਰਹੇ ਤਾਂ ਲੱਗਦਾ ਤਾਂ ਉਹ ਫਿੱਟ ਹੈਗੇ ਨੇ? ਸਰ ਮੈਂ ਕਹਿੰਦਾ ਸਵਾਲ ਤੁਸੀਂ ਸੀਐਮ ਸਾਹਿਬ ਨੂੰ ਖੁਦ ਹੀ ਪੁੱਛ ਲਓ, ਮੈਨੂੰ ਜੇ ਪੁੱਛ ਰਹੇ ਹੋ ਮੈਂ ਦੱਸੋ ਮੇਰੀ ਕੀ ਔਕਾਤ ਹੈ। ਮੈਂ ਛੋਟਾ ਜਿਹਾ ਬੰਦਾ, ਇੱਕ ਵਰਕਰ ਹੈ। ਤੁਸੀਂ ਕੀ ਸੋਚਦੇ ਹੋ? ਮਸਲਾ ਹੈ, ਪਰ ਮਸਲਾ ਤਾਂ ਹੋਰ ਵੀ ਹੈ। ਜਦੋਂ ਪਿੰਡਾਂ 'ਚ ਜਾਂਦੇ ਹਾਂ, ਅਸੀਂ ਲੋਕਾਂ 'ਚ ਜਾਂਦੇ ਹਾਂ, ਉਹ ਕਹਿੰਦੇ ਸਾਨੂੰ ਕੋਵਿਡ ਤੋਂ ਕਾਫੀ ਲੱਗਦਾ, ਸਰਕਾਰ ਤੋਂ ਲੱਗਦਾ, ਕਿਉਂਕਿ ਬੇਰੁਜ਼ਗਾਰੀ ਬਹੁਤ ਵੱਧ ਗਈ, ਮਾਨਸਿਕ ਤੌਰ ਤੇ ਲੋਕ ਖੁਦਕੁਸ਼ੀ। ਦੇਖੋ ਇੱਕ ਗੱਲ ਸੁਣੋ, ਬੇਰੁਜ਼ਗਾਰੀ ਵਾਸਤੇ, ਲੋਕਾਂ ਨੂੰ ਇੰਪਲਾਇਮੈਂਟ ਦੇਣ ਵਾਸਤੇ ਮੈਂ ਇੱਕ ਪ੍ਰੈਸ ਕਾਨਫਰੰਸ ਕਰਾਂਗਾ, ਬਹੁਤ ਜਲਦ ਕਰਾਂਗਾ। ਥੋੜਾ ਜਿਹਾ ਕੋਵਿਡ ਠੀਕ ਹੋਣ ਦਿਓ, ਕੰਮ ਹੋ ਸਕਦਾ। ਉਹਦੇ ਲਈ ਵੀ ਮੇਰੇ ਕੋਲ ਡਾਕੂਮੈਂਟਡ ਐਵੀਡੈਂਸ ਹੈ ਕਿ ਮੈਂ ਕਿਸ ਤਰ੍ਹਾਂ ਕਿਸੇ ਨੂੰ ਕੀ ਦਿੱਤਾ ਸੀਗਾ ਔਰ ਲਿਖ ਕੇ ਦਿੱਤਾ ਸੀਗਾ ਕਿ 1 ਲੱਖ ਬੰਦਾ ਹਰ ਸਾਲ ਅਸੀਂ ਨੌਕਰੀ ਦੇ ਸਕਦੇ ਹਾਂ। ਆਈ ਗॉट ਅ ਡਾਕੂਮੈਂਟਡ ਐਵੀਡੈਂਸ ਲਾਈਕ ਆਈ ਐਮ ਗਿਵਿੰਗ ਯੂ ਦਿਸ, ਆਈ ਵਿਲ ਕਮ, ਤੁਹਾਡੇ ਸਾਹਮਣੇ ਆਵਾਂਗਾ, ਔਰ ਪਹਿਲੇ ਸਾਲ ਹੀ ਦਿੱਤਾ ਸੀ। ਸੋ ਇਸ ਪਿੱਛੇ ਮੇਰੀ ਇਹ ਰਾਏ ਹੈ ਕਿ ਅੱਜ ਦਾ ਸਾਨੂੰ ਲੱਗਦਾ ਵੀ ਕੋਈ ਬੰਦਾ ਵਿੱਚ ਤੁਹਾਨੂੰ ਮੁੱਖ ਮੰਤਰੀ ਤੋਂ ਦੂਰ ਰੱਖਣਾ ਚਾਹੁੰਦਾ, ਕੋਈ ਇਦਾਂ ਦੀ ਸਾਜ਼ਿਸ਼ ਹੋ ਸਕਦੀ ਹੈ? ਇਹੋ ਜਿਹੀਆਂ ਸਾਜ਼ਿਸ਼ਾਂ ਮੈਂ ਪਿਛਲੇ 40 ਸਾਲ ਤੇ ਮੈਚ ਦੇਖੀਆਂ ਨਹੀਂ ਜੋ ਐਰਕੀ ਹੋ ਰਹੀਆਂ, ਪਹਿਲਾਂ ਕਦੀ ਨਹੀਂ ਸੀ ਹੋਈਆਂ। ਸੈਕਟਰੀ ਸਾਹਿਬ, ਕੌਣ ਕਰ ਰਿਹਾ ਜੀ? ਪਤਾ ਨਹੀਂ ਹੈ। ਪ੍ਰਗਟ ਸਿੰਘ ਕਹਿ ਰਹੇ ਨੇ ਕਿ ਇਸ ਵਕਤ ਕਾਂਗਰਸ ਦੀ ਜਿਹੜੀ ਸਿਚੁਏਸ਼ਨ ਹੈ, ਉਹਨਾਂ ਹਾਲਾਤਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2022 ਦਾ ਚੋਣ ਆਪਾਂ ਲੜਦੇ ਹਾਂ ਤੇ ਸਾਨੂੰ ਨੁਕਸਾਨ ਹੋਊਗਾ। ਕਾਂਗਰਸ ਹਾਈ ਕਮਾਂਡ ਜਿਹੜੀ ਹੈ ਇਸ ਦਾ ਫੈਸਲਾ ਕਰੇਗੀ ਕਿ ਕਿਹਦੀ ਅਗਵਾਈ 'ਚ ਚੁਣਾਵ ਲੜਾਇਆ ਜਾਏਗਾ। ਧਮਾਲ ਕਹਿੰਦੇ ਸਰਕਾਰ ਦੇ ਦੇਣੀ ਚਾਹੀਦੀ ਹੈ। ਹਾਂਜੀ, ਸੁਰਜੀਤ ਧਮਾਲ ਕਹਿੰਦੇ ਨੇ ਸਰਕਾਰ ਦੇ ਦੇਣੀ ਚਾਹੀਦੀ ਹੈ ਕਿ ਜਿਸ ਤਰੀਕੇ ਨਾਲ ਇਸ ਵੇਲੇ ਹਾਲਾਤ ਹੋਏ। ਮੈਂ ਤੇ ਇਹ ਗੱਲ ਕਰਦਾ, ਸਰਕਾਰ ਨੂੰ ਮਜ਼ਬੂਤੀ ਨਾਲ ਆਪਣੇ ਘਰਾਂ ਚੋਂ ਨਿਕਲਣਾ ਚਾਹੀਦਾ, ਸਾਰੇ ਬੰਦਿਆਂ ਨੂੰ ਨਾਲ ਲੈਣਾ ਚਾਹੀਦਾ, ਔਰ ਦੇਸ਼ ਦੇ ਪੰਜਾਬ ਦੇ ਵਿੱਚ ਕੋਵਿਡ ਦੀ ਲੜਾਈ ਇੱਦਾਂ ਲੜਨੀ ਚਾਹੀਦੀ ਕਿ ਇੱਕ ਪੰਜਾਬੀ ਦੀ ਵੀ ਜਾਨ ਨਾ ਜਾਵੇ ਕਿਸੇ। ਦੇਖੋ ਗੱਲ ਸੁਣੋ, ਤੁਸੀਂ ਇੱਥੇ ਚੰਡੀਗੜ੍ਹ ਬੈਠੇ ਹੋ, ਯੂ ਆਰ ਆਲ ਵੈਲ ਕਨੈਕਟਡ। ਇਮੈਜਿਨ ਕਿ ਜਿਸ ਬੰਦੇ ਦਾ ਕੋਈ ਕਨੈਕਸ਼ਨ ਨਹੀਂ ਆ, ਉਹਦੇ ਘਰ 'ਚ ਮੁਸੀਬਤ ਆਈ ਤੇ ਕਿੱਥੇ ਕਿੱਥੇ ਧੱਕੇ ਖਾਊਗਾ, ਛੋਟੇ ਵੱਡੇ, ਇੱਕ ਛੋਟਾ ਬੈੱਡ ਲੈਣ ਦੇ ਲਈ ਔਰ ਆਕਸੀਜਨ ਲੈਣ ਦੇ ਲਈ। ਇਸ ਪਿੱਛੇ ਆਪਾਂ ਉਹਨਾਂ ਦੀ ਸੋਚੀਏ ਜਿਨ੍ਹਾਂ ਦੇ ਲਈ ਮੈਂ ਲੜਾਈ ਲੜਨ ਆਇਆ। ਔਰ ਹਾਂਜੀ, ਤੁਸੀਂ ਬਹੁਤ ਪ੍ਰੋਮੀਨੈਂਟ ਹਿੰਦੂ ਚਿਹਰੇ ਸੀਗੇ ਅੱਜ ਤੋਂ 5 ਸਾਲ ਪਹਿਲਾਂ ਪੰਜਾਬ ਦੇ ਵਿੱਚ। ਤੇ ਹੁਣ ਨਹੀਂ ਹੈਗਾ। ਮੇਰੀ ਗੱਲ ਤਾਂ ਸੁਣੋ। ਹਾਂ, ਹੌਲੀ ਹੌਲੀ ਐਸੀ ਸਾਜ਼ਿਸ਼ਾਂ ਕਿਉਂ ਹੋਈਆਂ ਕਿ ਤੁਹਾਨੂੰ ਖੁੱਡੇ ਲਾਈਨ ਲਾ ਦਿੱਤਾ ਗਿਆ? ਪੰਜਾਬ ਦੇ ਕਿਸੇ ਵੀ ਹਿੰਦੂ ਕੋਲ ਚਲੇ ਜਾਓ ਜਾਂ ਕਿਸੇ ਸ਼ਹਿਰੀ ਕੋਲ ਚਲੇ ਜਾਓ, ਉਹਨੂੰ ਪੁੱਛੋ ਯਾਰ ਅਸ਼ਵਨੀ ਸਿੰਗੜੀ ਇੱਕ ਬੰਦਾ ਕੈਸਾ ਹੈ। ਅਗਰ ਤੈਨੂੰ ਇੱਕ ਬੰਦਾ ਵੀ ਕਹਿ ਰਿਹਾ ਅਸ਼ਵਨੀ ਸਿੰਗੜੀ ਮਾੜਾ ਬੰਦਾ ਹੈ ਤਾਂ ਗੱਲ ਖਤਮ ਹੈ। ਇਹੀ ਤਾਂ ਪੁੱਛ ਰਹੇ ਵੀ ਇਹਦੇ ਬਾਅਦ ਵੀ ਤੁਹਾਨੂੰ ਛੋਟੇ ਰਾਈਟ ਲਾਇਆ। ਸਾਜ਼ਿਸ਼ਾਂ ਤੁਹਾਡੇ ਖਿਲਾਫ ਹੀ ਕਿਉਂ ਹੋਈਆਂ? ਤੁਸੀਂ ਮੰਨਦੇ ਹੋ ਵੀ ਸਾਜ਼ਿਸ਼ਾਂ ਹੁੰਦੀਆਂ? ਜਿਹਦੇ ਕੋਲ ਡਰ ਲੱਗਦਾ ਲੋਕੀ ਉਹਦੇ ਖਿਲਾਫ ਹੀ ਸਾਜ਼ਿਸ਼ ਕਰਦੇ ਨੇ। ਠੀਕ ਹੈ ਜੀ। ਸੈਕਟਰੀ ਸਾਹਿਬ, ਆਪਣੇ ਸਵਾਲ ਤੁਸੀਂ ਦਿੱਲੀ ਤੋਂ ਗੱਲ ਸ਼ੁਰੂ ਕੀਤੀ ਸੀ, ਹਾਂ। ਕੋਵਿਡ ਨੂੰ ਲੈ ਕੇ ਮੈਂ ਸਵਾਲ ਕਰ ਰਿਹਾ ਹਾਂ। ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ, ਅਰਵਿੰਦ ਕੇਜਰੀਵਾਲ ਦੀ, ਉੱਥੋਂ ਦੇ ਕੰਮਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਕੰਮਾਂ ਨੂੰ ਕੋਵਿਡ ਨੂੰ ਲੈ ਕੇ ਕੰਪੈਰੀਜ਼ਨ ਕੀਤਾ ਜਾਵੇ, ਤੁਸੀਂ ਦੋਵਾਂ ਮੁੱਖ ਮੰਤਰੀ ਤੁਸੀਂ ਦੇ ਕੰਮ ਸੁਣਾਉਂਦੇ? ਦੇਖੋ ਦਿੱਲੀ 'ਚ ਬਹੁਤ ਬੁਰੇ ਹਾਲ ਹੋਏ ਨੇ। ਮੈਂ ਤੁਹਾਨੂੰ ਦੱਸਾਂ, ਮਿਨਿਸਟਰ ਦੇ ਕਹਿਣ ਤੇ ਵੀ ਬੈੱਡ ਨਹੀਂ ਮਿਲੇ, ਲੋਕੀ ਪੇਮੈਂਟ 'ਚ ਲੰਮੇ ਪਾ ਕੇ ਉਹਨਾਂ ਨੇ ਰਾਤਾਂ ਕੱਟੀਆਂ। ਔਰ ਇਹੋ ਜਿਹੇ ਖਤਰਨਾਕ ਹਾਲਾਤ ਦੇਖ ਕੇ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਅਸੀਂ ਪੰਜਾਬ ਨੂੰ ਬਚਾਉਣਾ ਹੈ ਇਸ ਚੀਜ਼ ਤੋਂ, ਕਿ ਇਹੋ ਜਿਹਾ ਹਾਲਾਤ ਪੰਜਾਬ 'ਚ ਰੱਬ ਨਾ ਕਰੇ ਕਦੀ ਹੋਏ। ਕੋਈ ਵੀ ਹੈਲਪ ਕਰੇ ਜੀ ਤੇ ਔਰ ਤੁਸੀਂ ਸਾਡੀ ਮਦਦ ਕਰੋ ਕਿ ਮੇਰੀ ਆਵਾਜ਼ ਉਸ ਪਹੁੰਚ ਗਈ ਜੀ। ਸਾਰਿਆਂ ਤੱਕ ਪਹੁੰਚਾਓ, ਸਾਰਿਆਂ ਤੱਕ ਸਭ ਤੱਕ ਪਹੁੰਚਾਓ ਜੀ। ਯਾਰ ਹਾਈ ਕਮਾਂਡ ਕੋਲ ਕੋਈ ਵੀ ਹੈਲਪ ਕਰਨੀ ਚਾਹੇ ਸਾਡੀ ਕਰ ਸਕਦਾ, ਹਾਂਜੀ। ਕੋਈ ਵੀ ਹੈਲਪ ਕਰਨੀ ਚਾਹੇ। ਹਾਂ, ਅਸੀਂ ਕੋਈ ਵੀ, ਮੈਂ ਤੁਹਾਡੇ ਚੈਨਲ ਦੇ ਥਰੂ ਅਪੀਲ ਕਰਨਾ ਚਾਹੁੰਦਾ ਕਿ ਕੋਈ ਵੀ ਸੰਸਥਾ
ਸਾਡੇ ਇਸ ਮਿਸ਼ਨ 'ਚ ਕਿ ਅਸੀਂ ਪੰਜਾਬ ਦੇ ਵਿੱਚ 5-10 ਹਜ਼ਾਰ ਬੈੱਡ ਵਿਦ ਆਕਸੀਜਨ ਕੰਸਨਟਰੇਟਰ ਤਿਆਰ ਕਰ ਦਈਏ ਔਰ ਜਨਤਾ ਨੂੰ ਦੇ ਦਈਏ ਤਾਂ ਕਿ ਲੋੜ ਪਏ ਦੇ ਵਰਤੇ ਜਿਹੜਾ ਵੀ ਸਾਨੂੰ ਕੋਆਪਰੇਟ ਕਰਨ ਨੂੰ ਤਿਆਰ ਹੈ, ਕੋਈ ਪੋਲੀਟੀਕਲ ਪਾਰਟੀ, ਕੋਈ ਸੰਸਥਾ, ਐਨੀਬਡੀ, ਅਸੀਂ ਉਹਨੂੰ ਵੈਲਕਮ ਕਰਾਂਗੇ ਔਰ ਅਸੀਂ ਸਪੋਰਟ ਕਰਾਂਗੇ। ਠੀਕ ਹੈ ਜੀ। ਸੰਸਥਾ ਸਾਡੇ ਇਸ ਮਿਸ਼ਨ 'ਚ ਕਿ ਅਸੀਂ ਪੰਜਾਬ ਦੇ ਵਿੱਚ 5-10 ਹਜ਼ਾਰ ਬੈੱਡ ਵਿਦ ਆਕਸੀਜਨ ਕੰਸਨਟਰੇਟਰ ਤਿਆਰ ਕਰ ਦਈਏ ਔਰ ਜਨਤਾ ਨੂੰ ਦੇ ਦਈਏ ਤਾਂ ਕਿ ਲੋੜ ਪਏ ਦੇ ਵਰਤੇ ਜਿਹੜਾ ਵੀ ਸਾਨੂੰ ਕੋਆਪਰੇਟ ਕਰਨ ਨੂੰ ਤਿਆਰ ਹੈ, ਕੋਈ ਪੋਲੀਟੀਕਲ ਪਾਰਟੀ, ਕੋਈ ਸੰਸਥਾ, ਐਨੀਬਡੀ, ਅਸੀਂ ਉਹਨੂੰ ਵੈਲਕਮ ਕਰਾਂਗੇ ਔਰ ਅਸੀਂ ਸਪੋਰਟ ਕਰਾਂਗੇ। ਠੀਕ ਹੈ ਜੀ।